ਵਾਹੇ ਗੁਰੂ ਜੀ। ਕਲ ਜੁਗ ਮੈਂ ਕੀਰਤਨ ਪਰਦਾਨਾ। ਅੱਛਾ, ਕੀਰਤਨ ਕਰਨਾ ਆਉਂਦਾ ਕਿਹਨੂੰ ਕਿਹਨੂੰ ਨਹੀਂ? ਅੱਛਾ, ਕਲਯੁਗ ਕਦੋਂ ਆਉਂਦਾ? ਕਲਯੁਗ ਦਾ ਪਤਾ ਕੀ ਹੁੰਦਾ? ਗੁਰਮਤਿ ਕੀ ਹੁੰਦਾ? ਜਿਹਦੇ 'ਚ ਲੜਾਈ ਹੁੰਦੀ ਤੇ ਕ੍ਰੋਧ ਹੁੰਦਾ, ਜਿਹਦੇ 'ਚ ਝੂਠ ਝਾਠ ਬੋਲਿਆ ਜਾਵੇ। ਮੇਰੀ ਪੀ ਦੀ ਕਲਾਸ ਹੈ, ਪੀ ਹੀ ਨਾ ਕੀ ਪੀ। ਜਦੋਂ ਮਨ ਪ੍ਰੋਬਲਮ ਕਰੇ, ਮਨ ਖਰਾਬੀਆਂ ਕਰੇ, ਬਸ ਜਦੋਂ ਇੱਦਾਂ ਹੀ ਹੋਵੇ ਨਾ, ਉਦੋਂ ਸਮਝੋ ਕਲਯੁਗ। ਤੇ ਸਤਿਗੁਰੂ ਕਹਿੰਦੇ ਕਲਯੁਗ ਮੇਂ, ਜਦੋਂ ਕਲਯੁਗ ਦਾ ਸਮਾਂ ਆਵੇ ਤੇ ਕੀਰਤਨ ਪ੍ਰਧਾਨ ਹੈ। ਪੁੱਤ ਆਪ ਗੁਰੂ ਪਿਤਾ ਨੇ ਆਪ ਜੀ ਨੂੰ ਇੰਨਾ ਕੁਝ ਬਖਸ਼ਿਆ ਹੈ ਨਾ, ਜਦੋਂ ਆਪ ਜੀ ਦਾ ਮਨ ਖਰਾਬ ਹੋਵੇ ਬਸ ਵਾਜਾ ਲੈ ਕੇ ਫੜਿਆ ਕਰੋ, ਬਸ ਬਹਿ ਜਾ। ਕੋਈ ਵੀ ਕਲਾ ਜਿਹੜੀ ਹੈ ਉਹ ਇੰਨੀ ਉੱਤਮ ਹੈ ਨਾ, ਉਹ ਝੱਟ ਆਪ ਜੀ ਨੂੰ ਤਮੋ ਗੁਣ 'ਚੋਂ ਰਜੋ ਗੁਣ 'ਚ ਤੇ ਰਜੋ ਤੋਂ ਸਤੋ 'ਚ ਲੈ ਜਾਂਦੇ। ਇੱਕ ਤਮੋ ਗੁਣੀ ਕਦੀ ਨਹੀਂ ਬਣੀਦਾ ਹੁੰਦਾ। ਸਾਡੇ ਵੀਡੀਓ ਗੇਮਾਂ ਜ਼ਿਆਦਾ ਖੇਡਦੇ ਤਮੋ ਗੁਣੀ ਨੇ, ਤੇ ਤਮੋ ਗੁਣ ਮਾਇਆ ਦੇ ਸਭ ਤੋਂ ਨੀਵਾਂ ਗੁਣ, ਸਭ ਤੋਂ ਥੱਲੜਾ। ਸਮਝ ਆਉਂਦੀ ਬਾਤ? ਝੂਠ ਬੋਲਣਾ ਤਮੋ ਗੁਣ 'ਚ ਆਉਂਦਾ, ਇਰੀਟੇਟ ਹੋਣਾ, ਖਿਜਣਾ, ਕ੍ਰੋਧ ਕਰਨਾ, ਇਹ ਸਭ ਤਮੋ ਗੁਣ ਦੇ ਲੱਛਣ ਨੇ। ਰਜੋ ਗੁਣ 'ਚ ਬਹੁਤ ਮਿਹਨਤ ਹੈ ਨਾ, ਮਿਹਨਤ ਕਰੀ ਦੀ ਰਜੋ ਗੁਣ। ਜਿੱਦਾਂ ਤੁਸੀਂ ਮਾਤਾ ਜੀ ਨਾਲ ਕੰਮ, ਰਜੋ ਗੁਣ 'ਚ ਖੇੜਾ ਜ਼ਰੂਰ ਮਿਲੇਗਾ ਆਪ ਜੀ ਨੂੰ। ਹਾਂ, ਇਹ ਠੀਕ ਹੈ ਕਿ ਮੰਗਾ ਹੰਕਾਰ ਜ਼ਰੂਰ ਉੱਥੇ ਹੈਗਾ ਹੈ, ਕਿ ਮੰਗਾ ਨੇ ਹੰਕਾਰ ਹੈ, ਪਰ ਉਸ ਮਨ ਦੀ ਅਵਸਥਾ 'ਚ ਜਿਹੜਾ ਹੈ ਨਾ, ਉਹ ਖੇੜਾ ਵੀ ਰਹੇਗਾ। ਜਿਹੜੇ ਮਿਹਨਤੀ ਲੋਕ ਨੇ, ਬਿਜ਼ਨਸਮੈਨ ਨੇ ਜਾਂ ਕੁਝ, ਉਹ ਕਿਤੇ ਨਾ ਕਿਤੇ ਉਹਨਾਂ ਦੀ ਪੂਰਤੀ ਹੋ ਹੀ ਜਾਂਦੀ, ਖੇੜਾ ਹੋ ਹੀ ਜਾਂਦਾ। ਤੁਸੀਂ ਮਾਤਾ ਜੀ ਨਾਲ ਕੰਮ ਕਰਾਓ, ਬਹੁਤ ਮਿਹਨਤ ਕਰੋ ਤੇ ਚੰਗਾ ਲੱਗਦਾ ਨਾ। ਪਿਤਾ ਜੀ ਨਾਲ ਕੋਈ ਕੰਮ ਕਰਾਓ, ਸੰਗਤ ਦੇ ਵਿੱਚ ਕੋਈ ਹੱਥ ਵੰਡਾਓ, ਉਹ ਰਜੋ ਗੁਣ ਹੈ। ਤੇ ਰਜੋ ਗੁਣ ਬਹੁਤ ਸੋਹਣੀ ਚੀਜ਼ ਹੈ। ਜਿਹੜੇ ਘਰਾਂ ਦੇ ਵਿੱਚ ਮਨੁੱਖ ਰਜੋ ਗੁਣ 'ਚ ਰਹਿੰਦੇ ਨੇ, ਉਹ ਫਿਰ ਵੀ ਦੂਜਿਆਂ ਨਾਲੋਂ ਕਿਤੇ ਨਾ ਕਿਤੇ ਸੁਖੀ ਨੇ। ਤੇ ਕੋਸ਼ਿਸ਼ ਕਰਿਆ ਕਰੋ ਰਜੋ ਗੁਣ 'ਚ ਰਹਿਣ ਦੀ। ਤੇ ਜਦੋਂ ਆਪ ਜੀ ਦਾ ਮਨ ਬਹੁਤ ਨੀਵੀਂ ਥਾਂ 'ਤੇ ਚਲਿਆ ਜਾਵੇ, ਖਿਜੇ, ਇਰੀਟੇਟ ਹੋਵੇ, ਤੇ ਫਿਰ ਕਲਯੁਗ ਮੇਂ ਕੀਰਤਨ ਪ੍ਰਧਾਨ। ਫਿਰ ਵਾਪਸ ਕਿੱਦਾਂ ਲੈ ਕੇ ਆਉਣਾ ਉਹਨੂੰ? ਕੀਰਤਨ ਕਰਨਾ। ਉਦੋਂ ਬਹਿ ਜਾਣਾ ਬਸ। ਉੱਦਾਂ ਕੋਈ ਸ਼ਬਦ ਯਾਦ ਹੈ ਤੇ ਆਪਣੇ ਪਿਆਰੇ ਨੂੰ ਗਾਉਣ ਲੱਗ ਜਾਣਾ ਬਸ, ਹੈ ਨਾ। ਕੋਈ ਇੰਸਟਰੂਮੈਂਟ ਆਉਂਦਾ ਏ, ਰਬਾਬ ਆਉਂਦੀ ਏ, ਦਿਲਰੂਬਾ ਆਉਂਦੀ ਏ, ਹਾਰਮੋਨੀਅਮ ਵਜਾਉਣਾ ਆਉਂਦਾ ਏ, ਤਬਲਾ ਵਜਾਉਣਾ ਆਉਂਦਾ ਏ, ਜੋ ਵੀ ਵਜਾਉਣਾ ਆਉਂਦਾ ਹੈ ਲੈ ਲੈਣਾ ਤੇ ਆਪਣੇ ਪਿਆਰੇ ਨੂੰ ਗਾਉਣ ਲੱਗ ਜਾਣਾ ਬਸ। ਤੁਸੀਂ ਥੋੜ੍ਹੇ ਚਿਰ 'ਚ ਹੀ ਵੇਖੋਗੇ, ਪਹਿਲਾਂ ਉੱਤੋਂ ਜਿਹੜਾ ਹੈ, ਜਦੋਂ ਤੁਸੀਂ ਗਾਉਣ 'ਤੇ ਧਿਆਨ ਦਿਓਗੇ ਤੇ ਥੋੜ੍ਹਾ ਉੱਤੇ ਕੰਮ ਚੱਲੇਗਾ, ਫਿਰ ਹੌਲੀ ਹੌਲੀ ਗਾਉਣ 'ਚ ਰਸ ਬਣ ਜਾਏਗਾ। ਸਮਝੋ ਰਜੋ ਗੁਣ ਆ ਗਿਆ, ਤਮੋ ਤੋਂ ਰਜੋ 'ਚ ਆ ਗਿਆ। ਤਮੋ 'ਚ ਬੜੀ ਖਿਜ, ਤਮੋ ਗੁਣ ਦੇ ਵਿੱਚ ਬੜੀ ਖਿਜ, ਬੜੀ ਇਰੀਟੇਸ਼ਨ ਹੈ, ਬੜੀ ਫਰਸਟ੍ਰੇਸ਼ਨ ਰਹਿੰਦੀ ਹੈ ਉੱਥੇ, ਬੜੀ ਉੱਥੇ ਸਟਰੈਸ ਵੀ ਬਹੁਤ ਹੈ ਨਾ। ਜਦੋਂ ਥੋੜ੍ਹਾ ਥੋੜ੍ਹਾ ਆਨੰਦ ਆਉਣ ਲੱਗ ਪਏ ਗਾਉਣ ਦਾ, ਤਾਂ ਸਮਝੋ ਰਜੋ ਗੁਣ ਅਵਸਥਾ 'ਚ ਆ ਗਈ। ਅਤੇ ਜੇ ਤੁਸੀਂ ਆਪਣੇ ਪਿਆਰੇ ਦੀ ਉਹ ਗਾਉਂਦੇ ਰਹੇ, ਧਿਆਨ ਦਿੰਦੇ ਰਹੇ, ਤਾਂ ਸਤੋ 'ਚ ਆ ਜਾਣਾ। ਅਤੇ ਜਿਸ ਦਿਨ ਗਾਉਂਦੇ ਸਤੋ ਨੂੰ ਵੀ ਪਾਰ ਕਰ ਗਏ, ਅਤੇ ਉਸ ਦਿਨ ਚੌਥਾ ਪਦ ਪ੍ਰਾਪਤ ਹੋਣਾ। ਅਤੇ ਜਿੱਥੇ ਪਰਮਾਤਮਾ ਜੀ ਆਪ ਰਹਿੰਦੇ ਨੇ, ਉਹ ਚੌਥਾ ਘਰ ਹੈ। ਉਹ ਤ੍ਰੈ ਗੁਣ ਤੇ ਪ੍ਰਭ ਭਿੰਨ, ਉਹ ਵੱਖਰਾ ਹੈ ਇਹਨਾਂ ਤਿੰਨਾਂ ਤੋਂ। ਅਤੇ ਜਿਸ ਦਿਨ ਤੁਸੀਂ ਉੱਥੇ ਚਲੇ ਗਏ, ਉਹਨਾਂ ਤਿੰਨਾਂ ਤੋਂ ਪਾਰ ਕਰ ਗਏ, ਜਿਸ ਦਿਨ ਉੱਥੇ ਰਹਿਣਾ ਸ਼ੁਰੂ ਕਰਤਾ, ਅਤੇ ਉੱਥੇ ਮਹਾਂ ਆਨੰਦ ਹੈ, ਮਹਾਂ ਖੇੜਾ ਹੈ। ਸਮਝਾਈ ਗੱਲ? ਤੂੰ ਹੱਥ ਖੜਾ ਕੀਤਾ ਹੀ ਪੁੱਤ।
ਪੁੱਤ ਮਾਇਆ ਨੂੰ 3 ਗੁਣਾਂ 'ਚ ਵੰਡਿਆ ਜਾਂਦਾ, 3 ਹਿੱਸਿਆਂ 'ਚ। ਉਹ 3 ਹਿੱਸੇ ਨੇ ਮਾਇਆ ਦੇ। ਗੁਣ ਜਿਹੜਾ ਤੂੰ ਕਹਿਣ ਡਿਆ ਉਹ ਵਾਲਾ ਗੁਣ ਨਹੀਂ, ਉਹ 3 ਹਿੱਸੇ ਨੇ, 3 ਅਵਸਥਾਵਾਂ ਨੇ ਵੱਖਰੀਆਂ ਵੱਖਰੀਆਂ, 3 ਸਟੇਜਿਸ ਨੇ ਮਨ ਦੀਆਂ। ਅਤੇ ਜਿਹੜੀ ਅਵਸਥਾ 'ਚ ਤੁਸੀਂ ਹੋ ਉਹ ਮਾਇਆ ਦਾ ਉਹ ਲੈਵਲ 'ਚ ਤੁਸੀਂ। ਜਦੋਂ ਵੇਖੋ ਤੁਹਾਨੂੰ ਥੋੜ੍ਹਾ ਥੋੜ੍ਹਾ ਪੜ੍ਹਨਾ ਆਉਂਦਾ, ਊੜਾ ਐੜਾ ਆਉਂਦਾ ਜੇ, ਅਤੇ ਉਦੋਂ ਤੁਸੀਂ ਨਰਸਰੀ ਕਲਾਸ 'ਚੋਂ ਕਲਾਸ ਹੁੰਦੀ ਨਾ, ਉਦੋਂ ਜਿਉਂ ਜਿਉਂ ਤੁਸੀਂ ਪੜ੍ਹਨ 'ਚ ਥੋੜ੍ਹੇ ਕਾਬਲ ਹੁੰਦੇ ਜਾਂਦੇ, ਅਗਲੀਆਂ ਕਲਾਸਾਂ ਆਉਂਦੀਆਂ ਜਾਂਦੀਆਂ। ਇਸੇ ਤਰ੍ਹਾਂ ਉਹ ਮਾਇਆ ਦੀਆਂ 3 ਕਲਾਸਾਂ ਹੀ ਨੇ, 3 ਸਟੇਜਿਸ ਨੇ, 3 ਅਵਸਥਾਵਾਂ ਨੇ। ਅਤੇ ਮਨੁੱਖ ਜਿਹੜਾ ਏ ਉਹ ਤਿੰਨਾਂ 'ਚ ਥੋੜ੍ਹਾ ਥੋੜ੍ਹਾ ਰਹਿੰਦਾ, ਤਿੰਨਾਂ 'ਚ ਹੀ ਥੋੜ੍ਹਾ ਥੋੜ੍ਹਾ ਰਹਿੰਦਾ। ਕਦੀ ਕਦੀ ਸਤਿਗੁਰੂ ਦਿਆ ਕਰਦੇ ਨੇ, ਉਹ ਸਤੋ 'ਚ ਵੀ ਆਉਂਦਾ ਏ, ਕਦੀ ਕਦੀ ਰਜੋ 'ਚ ਵੀ ਆਉਂਦਾ ਏ, ਕਦੀ ਕਦੀ ਤਮੋ 'ਚ ਵੀ ਜਾਂਦਾ। ਸਤੋ ਵਾਲੇ ਵੀ ਤਮੋ 'ਚ ਜਾਂਦੇ ਨੇ ਕਦੀ ਕਦੀ, ਰਜੋ ਵਾਲੇ ਵੀ ਤਮੋ 'ਚ ਜਾਂਦੇ ਨੇ ਕਦੀ ਕਦੀ। ਪਰ ਜ਼ਿਆਦਾ ਸਮਾਂ ਤੁਸੀਂ ਕਿੱਥੇ ਰਹਿੰਦੇ ਹੋ? ਤੁਸੀਂ ਕਈ ਵਾਰ ਵੇਖਿਆ, ਗੁਰਮਤਿ ਪੁੱਤ ਧਿਆਨ ਦੇ, ਕਈ ਵਾਰ ਵੇਖਿਆ ਤੁਸੀਂ ਕਿ ਕਈ ਵਾਰ ਤੁਸੀਂ ਜਿਹੜਾ ਇਹ ਰਜੋ 'ਚ ਰਹਿੰਦੇ, ਜ਼ਿਆਦਾਤਰ ਖੇਡਦੇ ਰਹਿੰਦੇ, ਹੱਸਦੇ ਰਹਿੰਦੇ, ਸੇਵਾ ਕਰਾਉਣਾ ਵੀ ਚੰਗਾ ਲੱਗਦਾ, ਕਿੰਨੇ ਦਿਨ ਇੱਦਾਂ ਬੀਤ ਜਾਂਦੇ, ਹੈ ਨਾ। ਇੱਕ ਦਿਨ ਆਉਂਦਾ ਏ ਕਿ ਤੁਸੀਂ ਜਿਹੜਾ ਇਹ ਹੌਲੀ ਹੌਲੀ ਕੁਝ ਦਿਨ ਬਦਲਦੇ, ਮਹੀਨੇ ਆਉਂਦੇ, ਕੋਈ ਚੀਜ਼ ਇਹੋ ਜਿਹੀ ਚੇਂਜ ਹੁੰਦੀ, ਸੰਗਤ ਬਦਲਦੀ, ਅਤੇ ਤੁਸੀਂ ਜਿਹੜਾ ਇਹ ਉਹ ਤਮੋ 'ਚ ਚਲੇ ਜਾਂਦੇ। ਫਿਰ ਤੁਸੀਂ ਉੱਥੇ ਕਈ ਦਿਨ ਰਹਿੰਦੇ, ਹੁੰਦਾ ਨਾ ਇੱਦਾਂ। ਪਰ ਉਹ 24 ਘੰਟਿਆਂ 'ਚ ਵੀ ਕਦੀ ਕਦੀ ਇੱਦਾਂ ਹੋਏਗਾ ਕਿ ਕਦੀ ਕਦੀ ਮਨ ਕਹੇਗਾ ਤੂੰ ਕੀ ਕਰਨ ਡਿਆ ਹੈ, ਇੱਥੇ ਨਹੀਂ ਰਹਿਣਾ। ਇਹ ਕੋਈ ਜਗ੍ਹਾ, ਇਹ ਕੋਈ ਇੱਧਰ ਰਹਿਣ ਦਾ ਤਰੀਕਾ, ਇਹ ਕੋਈ ਢੰਗ। ਅਤੇ ਜੇ ਉੱਥੇ ਕੋਈ ਮਿਹਨਤ ਕਰ ਲੇ, ਕੋਈ ਗੁਰੂ ਮਹਾਰਾਜ ਨੂੰ ਯਾਦ ਕਰ ਲੇ, ਕੋਈ ਰੰਗ ਬਣ ਜੇ, ਅਤੇ ਤੁਸੀਂ ਵੇਖਿਆ ਉੱਥੋਂ ਵੀ ਕਈ ਵਾਰ ਸਤੋ 'ਚ ਚਲੇ ਜਾਈਦਾ। ਪਰ ਜ਼ਿਆਦਾਤਰ ਕਿੱਥੇ ਰਹਿੰਦੇ ਆ? ਸੋਚ ਕੇ ਚਲੋ, ਆਪੋ ਆਪਣੇ ਸੋਚ ਕੇ ਦੇ ਸਨ। ਜ਼ਿਆਦਾਤਰ ਜੇ ਖਿੱਚਦੇ ਰਹਿੰਦੇ ਆ, ਗੁੱਸਾ ਆਉਂਦਾ ਰਹਿੰਦਾ ਏ, ਲੜਦੇ ਰਹਿੰਦੇ ਆ, ਹੈ ਨਾ, ਜਾਂ ਨੋਰਮਲ ਰਹਿੰਦੇ ਆ, ਸੇਵਾ 'ਚ ਰਹਿੰਦੇ ਆ, ਜਾਂ ਜਿਹੜਾ ਇਹ ਉਹ ਬੜੇ ਰੰਗ 'ਚ, ਬੰਦਗੀ 'ਚ, ਗੁਣਾਂ 'ਚ ਰਹਿੰਦੇ ਆ, ਜ਼ਿਆਦਾਤਰ ਕਿਹਦੇ 'ਚ ਰਹਿੰਦੇ? ਤੁਹਾਨੂੰ ਆਪਣੇ ਆਪ ਆਪਣਾ ਪਤਾ ਲੱਗ ਜਾਣਾ। ਆਪਣੀ ਐਵਰੇਜ ਕੱਢ ਕੇ ਵੇਖੋ ਕਿੱਥੇ ਰਹਿੰਦੇ। ਗੁਰੂਪ, ਤੈਨੂੰ ਕੀ ਲੱਗਦਾ ਕਿੱਥੇ ਰਹਿਣਾ ਤੂੰ? ਖਿੱਚਦੀ ਰਹਿੰਦੀ ਹੈ ਮੋਸਟਲੀ। ਫਿਰ ਤੂੰ ਮਾਇਆ ਦੇ ਕਿਹੜੇ ਗੁਣ 'ਚ ਰਹਿਣਾ ਜ਼ਿਆਦਾਤਰ? ਤਮੋ। ਸੰਗਤ ਬਹੁਤ ਕੀਮਤੀ ਹੈ। ਜਦੋਂ ਤੁਸੀਂ ਸੰਗਤ 'ਚ ਆਉਂਦੇ ਆ, ਗੁਰਸਿੱਖਾਂ ਨੂੰ ਮਿਲਦੇ ਆ, ਉਦੋਂ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਸੁਭਾਅ ਤੋਂ ਉਲਟਾ ਵਿਵਹਾਰ ਕਰਦੇ। ਚਾਹੇ ਤੁਸੀਂ ਤਮੋ ਗੁਣੀ ਆ, ਚਾਹੇ ਤੁਸੀਂ ਰਜੋ ਗੁਣੀ ਆ, ਪਰ ਸੰਗਤ ਦੇ ਵਿੱਚ ਤੁਸੀਂ ਸਤੋ ਗੁਣੀ ਵਿਵਹਾਰ 'ਚ ਰਹਿੰਦੇ। ਇਹ ਕਰਕੇ ਆਪ ਜੀ ਨੂੰ ਚੰਗਾ ਵੀ ਲੱਗਦਾ ਹੈ ਨਾ। ਤੁਹਾਨੂੰ ਲੱਗਦਾ ਹੈ ਉੱਥੇ ਗਿਆ ਅਤੇ ਬਸ ਆਪਣੇ ਆਪ ਹੀ ਸਾਰਾ ਕੁਝ ਹੋਈ ਜਾਂਦਾ, ਕੁਝ ਕਰਨਾ ਹੀ ਨਹੀਂ ਪੈਂਦਾ, ਹੈ ਨਾ। ਜਿਵੇਂ ਉਹ ਸਤਿਗੁਰੂ ਨਹੀਂ ਕਹਿੰਦੇ ਕਿ ਸਾਧ ਕੇ ਸੰਗ ਕਛ ਨਾਹੀ ਘਾਲ, ਕਿ ਕੋਈ ਘਾਲਣਾ ਨਹੀਂ ਘਾਲਣੀ ਪੈਂਦੀ, ਆਪਣੇ ਆਪ ਹੀ ਤੁਸੀਂ ਉੱਥੇ ਰਹਿੰਦੇ। ਇਸ ਕਰਕੇ ਸੰਗਤ ਪੁੱਤ ਬਹੁਤ ਜ਼ਰੂਰੀ ਹੁੰਦੀ ਕਈ ਵਾਰ। ਪਰ ਤੁਸੀਂ ਕੀਰਤਨ ਵੀ ਕਰ ਸਕਦੇ। ਇਹ ਟਰਾਈ ਕਰਿਆ ਕਰੋ, ਐਕਸਪੈਰੀਮੈਂਟ ਆਪਣੇ 'ਤੇ ਪੁੱਤੀਏ ਕਰਿਆ ਕਰੋ, ਹੈ ਨਾ। ਜਿਸ ਦਿਨ ਤੁਹਾਨੂੰ ਆਪਣੇ ਆਪ ਨੂੰ ਬਦਲਣਾ ਆ ਗਿਆ, ਆਪਣੀ ਖੇਡ ਨੂੰ ਪਕੜਨਾ ਆ ਗਿਆ, ਅਤੇ ਫਿਰ ਵੇਖਿਓ ਤੁਸੀਂ ਕਦੀ ਉਦਾਸ ਹੀ ਨਹੀਂ ਹੋਣਾ। ਫਿਰ ਤੈਨੂੰ ਲੱਗਣਾ ਅੱਜ ਖਿਝ ਆਉਣ ਡਈ, ਗੁੱਸਾ ਆਉਣ ਡਿਆ, ਤੁਹਾਨੂੰ ਲੱਗਣਾ ਲੈ ਇਹ ਕਿੱਡੀ ਗੱਲ ਹੈ, ਹੁਣੇ ਕੀਰਤਨ ਕਰੋ, ਹੁਣੇ ਠੀਕ ਹੋ ਜਾਣਾ। ਇਹ ਬੜੀਆਂ ਸੋਹਣੀਆਂ ਚੀਜ਼ਾਂ ਨੇ, ਇਹਨਾਂ ਨੂੰ ਸੰਭਾਲ ਕੇ ਰੱਖਿਆ ਕਰੋ। ਚਲੋ, ਕੱਲ੍ਹ ਕਿਹੜੀ ਕਹੀ ਹੈ ਆਪ ਜੀ ਨੂੰ ਯਾਦ ਰੱਖਿਓ ਕਿ ਅੱਜ ਗੱਲ ਕਰਾਂਗੇ। ਹਾਂਜੀ ਨਾਥ ਬਾਈ, ਰਿਸਪੌਂਡ ਜਾਂ ਰਿਐਕਸ਼ਨ ਬਾਰੇ ਗੱਲ ਕੀਤੀ ਸੀ ਨਾ, ਕਿਉਂਕਿ ਕੱਲ੍ਹ ਗੱਲ ਕੀਤੀ ਸੀ। ਅੱਛਾ, ਕੀ ਕੀਤੀ ਸੀ, ਕਿਹਨੂੰ ਯਾਦ? ਇਸ ਤੋਂ ਪੁੱਤ ਨੂੰ ਯਾਦ? ਹਾਂਜੀ ਹਾਂ, ਧਰਮ ਦੀ ਅਤੇ ਸਾਇੰਸ ਦੀ ਬਾਤ ਕੀਤੀ ਸੀ। ਉਹਦੇ ਨਾਲ ਪਰਿਵਾਰ 'ਚ ਰਹਿਣ ਦੀ ਬਾਤ ਕੀਤੀ ਸੀ ਕਿ ਕਿੱਦਾਂ ਪ੍ਰੇਮ ਨਾਲ ਰਹਿਣਾ ਹੈ ਨਾ, ਫਤਿਹ ਕਿਉਂ ਬੁਲਾਉਣੀ, ਉਹ ਵੀ ਗੱਲ ਕੀਤੀ। ਇੱਕ ਹੋਰ ਕੀਤੀ ਸੀ, ਉਹ ਕੀ ਹੈ, ਕਿਹਨੂੰ ਯਾਦ ਹੈ? ਹਾਂਜੀ, ਸਾਸ ਗਰਾਸ ਜਪਣਾ ਹੈ। ਅੱਛਾ, ਸਾਸ ਗਰਾਸ ਸਾਰਿਆਂ ਨੇ ਸ਼ੁਰੂ ਕਰ ਲਿਆ? ਅੱਜ ਪ੍ਰੈਕਟਿਸ ਕੀਤੀ ਸਾਰਿਆਂ ਨੇ? ਕੱਲ੍ਹ ਆਏ ਨਹੀਂ?
ਚਲੋ ਜਿਹੜੀ ਫੌਜ ਨਹੀਂ ਆਈ ਉਹਨਾਂ ਨੂੰ ਫਿਰ ਇੱਕ ਵਾਰ ਦੱਸਦੇ ਹਾਂ। ਜਦੋਂ ਵੀ ਪ੍ਰਸ਼ਾਦਾ ਛਕਦੇ ਹੋਵੋ, ਇੱਧਰ ਉੱਧਰ ਜਾਂਦੇ ਹੋਵੋ, ਖੇਡਦੇ ਹੋਵੋ, ਇੱਕ ਅਭਿਆਸ ਹੈ ਜਿਹੜਾ ਕਰਨਾ ਹੈ ਕਿ ਸਾਸ ਗਰਾਸ ਜਿਹੜਾ ਹੈ ਨਾ ਉਹਦਾ ਪ੍ਰਭੂ ਦਾ ਨਾਮ ਯਾਦ ਕਰਨਾ ਹੈ। ਜਿਵੇਂ ਸਾਹ ਆਉਂਦਾ ਹੈ ਨਾ ਆਪਣੇ ਆਪ, ਤੇ ਉਸ ਸਾਹ ਦੇ ਨਾਲ ਜਿਹੜਾ ਹੈ ਸੁਰਤ ਕਰਕੇ ਵਾਹਿਗੁਰੂ ਕਹਿਣਾ ਹੈ। ਬਸ ਸੁਰਤ ਕਰਕੇ ਕਿਸੇ ਤਰ੍ਹਾਂ ਵੀ, ਚਾਹੇ ਇੱਕ ਸਾਹ ਅੰਦਰ ਨੂੰ ਜਾਂਦਾ ਤੇ ਵਾਹਿਗੁਰੂ ਕਹਿ ਲਓ, ਚਾਹੇ ਬਾਹਰ ਨੂੰ ਆਉਂਦਾ ਤੇ ਵਾਹਿਗੁਰੂ ਕਹਿ ਲਓ, ਜਾਂ ਅੰਦਰ ਨੂੰ ਜਾਂਦਾ ਤੇ ਵਾਹ ਕਹਿ ਲਓ, ਬਾਹਰ ਨੂੰ ਆਉਂਦਾ ਤੇ ਗੁਰੂ ਕਹਿ ਲਓ, ਜਿੱਦਾਂ ਤੁਹਾਨੂੰ ਈਜ਼ੀ ਲੱਗੇ ਉੱਦਾਂ ਹੀ। ਤੇ ਇਹਦਾ ਅਭਿਆਸ ਤੁਰੇ ਫਿਰਦੇ, ਕੰਮ ਕਰਦੇ, ਗੱਡੀ ਚਲਾਉਂਦੇ, ਇਸ਼ਨਾਨਾ ਸੋਧਦੇ, ਪ੍ਰਸ਼ਾਦਾ ਪਕਾਉਂਦੇ, ਇਹਨੂੰ ਬਸ ਕਰਦੇ ਰਹਿਣਾ। ਤੇ ਓਨੀ ਦੇਰ ਤੱਕ ਕਰਨਾ ਹੈ। ਹੁਣ ਕਈ ਵਾਰ ਤੁਸੀਂ ਵੇਖਿਆ, ਤੁਸੀਂ ਜਦੋਂ ਸਾਹ ਚੜਿਆ ਹੋਵੇ ਜਾਂ ਇਕੱਲੇ ਹੋਵੋ ਜਾਂ ਆਪਣੇ ਅੰਦਰ ਝਾਤ ਮਾਰੋ, ਇੱਥੇ ਅੰਦਰ ਜਦੋਂ ਜਾਂਦੇ ਹੋ ਤੇ ਤੁਹਾਨੂੰ ਫੀਲ ਹੁੰਦਾ ਕਿ ਮੈਨੂੰ ਸਾਹ ਆਉਣ ਡਿਆ। ਚੌਂਕੜਾ ਮਾਰ ਕੇ ਬਈਏ ਬੰਦਗੀ ਦੇ ਵਿੱਚ। ਪੁਰਾਣੇ ਸਾਧੂਆਂ ਨੂੰ, ਰਿਸ਼ੀਆਂ ਮੁਨੀਆਂ ਨੂੰ ਇਹ ਬੜੀ ਮੁਸ਼ਕਲ ਆਉਂਦੀ ਹੁੰਦੀ ਸੀ ਕਿ ਉਹਨਾਂ ਨੂੰ ਜਦੋਂ ਉਹ ਬੰਦਗੀ 'ਚ ਬਹਿੰਦੇ ਸੀ ਤੇ ਸਭ ਤੋਂ ਵੱਧ ਜਿਹੜੀ ਨਾਮ ਬੰਦਗੀ ਚੜਚਣ ਪੈਂਦੀ ਸੀ ਨਾ, ਸਾਹਾਂ ਦੀ ਪੈਂਦੀ। ਉਹਨੂੰ ਲੱਗਦਾ ਸੀ ਅੰਦਰ ਤੇ ਸ਼ਾਂਤ ਹੋ ਗਿਆ, ਪਰ ਮੇਰੇ ਸਾਹ ਹੀ ਮੈਨੂੰ ਸੁਣਾਈ ਦੇਣ ਦੇ, ਉਹ ਡਿਸਟਰਬ ਕਰਦੇ। ਕਿਹਨੂੰ ਕਿਹਨੂੰ ਇੱਦਾਂ ਲੱਗਾ? ਕਦੀ ਨਾਮ ਜਪਦਿਆਂ ਕਦੀ ਇੱਦਾਂ ਲੱਗਾ? ਕਿਸੇ ਨੂੰ ਲੱਗਾ? ਹੱਥ ਖੜਾ ਕਰੋ। ਵਾਹ ਜਾਣੇ ਲੱਗਾ। ਵੇਖਿਆ, ਉਹ ਕਈ ਵਾਰ ਮੁਸ਼ਕਲ ਖੜੀ ਕਰਦੇ ਨੇ ਨਾ ਸਵਾਸ। ਫਿਰ ਉਹਨਾਂ ਨੇ ਚਲੋ ਉਹ ਤੇ ਆਪਣੀ ਯੋਗ ਸਾਧਨਾ 'ਚ ਉਹਨਾਂ ਨੇ ਪ੍ਰਾਣਾਯਾਮ ਦੀ ਸਾਧਨਾ ਨੂੰ ਕੀਤਾ ਕਿ ਸਾਹਾਂ ਨੂੰ ਹੀ ਜਿਹੜਾ ਹੈ ਉਹ ਸਲੋਅ ਕਰ ਲੈਣਾ ਜਾਂ ਰੋਕ ਕਰ ਲੈਣਾ, ਜਾਂ ਉਹ ਢੰਗ ਉਹਦਾ ਬਦਲ ਦੇਣਾ, ਹੈ ਨਾ। ਪਰ ਉਹ ਸਾਸ ਗਰਾਸ ਇੱਕ ਹੋਰ ਅਭਿਆਸ ਹੈਗਾ ਜਿਹੜਾ ਸਤਿਗੁਰੂ ਕਹਿੰਦੇ ਨਾ ਕਿ ਸਾਸ ਗਰਾਸ ਧਿਆਏ ਮੇਰਾ ਹਰ ਹਰ। ਉਹ ਧਿਆਉਣਾ ਹੈ, ਅਤੇ ਧਿਆਉਣਾ ਹੁੰਦਾ ਸੁਰਤ ਨਾਲ, ਯਾਦ ਰੱਖਣਾ। ਜੇ ਸਾਹ ਅੰਦਰ ਨੂੰ ਜਾਂਦਾ ਤੇ ਵਾਹਿਗੁਰੂ, ਬਾਹਰ ਨੂੰ ਆਉਂਦਾ ਤੇ ਵਾਹਿਗੁਰੂ। ਪੁਰਾਣੇ ਸਾਧੂ ਜਿਹੜੇ ਸੀ ਉਹ ਭੋਰਿਆਂ 'ਚ ਚਲੇ ਜਾਂਦੇ ਸੀ, ਭੋਰੇ 'ਚ ਵੜ ਜਾਂਦੇ ਸੀ, ਗੁਫਾਵਾਂ 'ਚ ਵੜ ਜਾਂਦੇ ਸੀ। ਉਹ ਗੁਫਾਵਾਂ 'ਚ ਇਹ ਕਰਕੇ ਥੋੜ੍ਹੀ ਜਾਂਦੇ ਸੀ ਕਿ ਉੱਥੇ ਰੱਬ ਬੈਠਾ ਹੈ। ਉਹ ਜਿਹੜਾ ਆਹ ਭੋਰਾ ਹੈ ਨਾ ਸਰੀਰ ਰੂਪੀ, ਇਹਦੇ ਅੰਦਰ ਵੜਨ ਦਾ ਅਭਿਆਸ ਸੀ ਕਿ ਗੁਫਾ 'ਚ ਚਲੇ ਗਏ, ਹੁਣ ਉੱਥੇ ਤੁਹਾਨੂੰ ਕਿਸੇ ਨੇ ਮਿਲਣ ਨਹੀਂ ਆਉਣਾ, ਕਿਸੇ ਨੂੰ ਨਹੀਂ ਪਤਾ ਤੁਸੀਂ ਉੱਥੇ ਬੈਠੇ ਹੋ। ਹੁਣ ਬਾਹਰ ਦੀ ਦੁਨੀਆ ਨਾਲ ਕੋਈ ਸੰਬੰਧ ਨਹੀਂ ਹੈਗਾ, ਨਾ ਕਿਸੇ ਨੇ ਮਿਲਣ ਆਉਣਾ, ਨਾ ਧਿਆਨ ਦਾ ਬਾਹਰ ਜਾਣਾ। ਫਿਰ ਮਨ ਨੂੰ ਕਹਿ ਪਾਉਂਦਾ ਬੰਦਾ ਕਿ ਬਾਹਰ ਕੀ ਕਰਨਾ, ਹੁਣ ਗੁਫਾ 'ਚ ਬਹਿ ਕੇ ਵੀ ਬਾਹਰ ਕੀ ਲੈਣ ਜਾਣਾ, ਚੱਲ ਇਹਦੇ ਅੰਦਰ ਆ। ਫਿਰ ਇੱਥੇ ਜਿਹਨੂੰ ਇਨਵਰਡ ਇੰਟਰੋਵਰਡ ਕਹਿੰਦੇ ਆ ਨਾ, ਉਹ ਬਣਦੀ ਖੇਡ। ਅਤੇ ਜਿਸ ਦਿਨ ਤੁਸੀਂ ਉਹ ਅਭਿਆਸ ਪਰਪੱਕ ਕਰ ਲਿਆ, ਉਹਦਾ ਸਭ ਤੋਂ ਖਾਸੀਅਤ ਹੈ ਕਿ ਤੁਸੀਂ ਬਹੁਤਾ ਚਿਰ ਬਾਹਰ ਭਟਕ ਨਹੀਂ ਸਕਦੇ, ਤੁਹਾਨੂੰ ਕੋਈ ਉਲਝਾ ਨਹੀਂ ਸਕਦਾ। ਅਤੇ ਬਸ ਅੰਦਰ ਉਹ ਸਵਾਸਾਂ ਨੂੰ ਕਰਨਾ। ਇਹਦੇ 'ਚ ਇੱਕ ਮੁਸ਼ਕਲ ਆਪ ਜੀ ਨੂੰ ਆਏਗੀ। ਵੈਸੇ ਤਾਂ ਹੀ ਸੋਚਦੇ ਸੀ ਵੀ ਤੁਸੀਂ ਉਹ ਮੁਸ਼ਕਲ ਸਾਨੂੰ ਦੱਸੋ ਵੀ ਕੀ ਆਉਂਦੀ। ਇਹਦੇ ਨਾਲ ਇੱਕ ਘਟਨਾ ਘਟੇਗੀ ਕਿ ਜਿਹੜੀ ਚੇਤਨ ਸ਼ਕਤੀ ਹੈ ਨਾ ਇੱਥੇ, ਉਹ ਬਹੁਤ ਜ਼ਿਆਦਾ ਐਕਟਿਵ ਹੋ ਜਾਣੀ। ਖਾਸ ਕਰਕੇ ਜਦੋਂ ਤੁਸੀਂ ਸੌਣ ਲੱਗਣਾ ਹੈ ਨਾ ਰਾਤ ਨੂੰ, ਅਤੇ ਜਦੋਂ ਸਿਰਹਾਣੇ 'ਤੇ ਕਹਿ ਲਓ ਕਿ ਸਿਰ ਰੱਖਿਆ, ਅਤੇ ਉਹ ਵਾਹਿਗੁਰੂ ਦੀ ਧੁਨ, ਉਹ ਜਿਹੜੇ ਸਵਾਸ ਨੇ ਉਹ ਫੀਲ ਹੋਣੇ ਕਿ ਹੁਣ ਸਾਹ ਨਹੀਂ। ਥੋੜ੍ਹੇ ਦਿਨਾਂ ਬਾਅਦ ਆਪ ਜੀ ਨੂੰ ਲੱਗਣਾ ਹੈ ਕਿ ਆਉਣੇ ਸਾਹ ਹੀ ਨੇ, ਪਰ ਤੁਹਾਨੂੰ ਫੀਲ ਹੋਣਾ ਹੈ ਕਿ ਵਾਹਿਗੁਰੂ ਹੈ, ਕਿਉਂਕਿ ਤੁਸੀਂ ਅਭਿਆਸ ਕਰ ਲਿਆ, ਉਹਨੂੰ ਉੱਦਾਂ ਸੁਣਨ ਲੱਗ ਪਏ। ਜਿਵੇਂ ਸਤਿਗੁਰੂ ਕਹਿੰਦੇ ਨਾ, ਹਰ ਹੱਟ ਪੀ ਤੂੰ ਤੂੰ ਕਰੇ, ਕਿ ਖੂਹ ਦੀਆਂ ਟਿੰਡਾਂ 'ਚੋਂ, ਖੂਹ ਦੇ ਗੇੜੇ 'ਚੋਂ ਵੀ ਜਿਹੜਾ ਹੈ ਉਹ ਤੇਰੀ ਆਵਾਜ਼, ਤੇਰੇ ਤੂੰ ਤੂੰ ਦੀ ਆਵਾਜ਼ ਆਉਂਦੀ, ਹੈ ਨਾ, ਉਹ ਢੰਗ। ਅਤੇ ਜਦੋਂ ਤੁਸੀਂ ਉਹਨੂੰ ਕਮਾ ਲਿਆ, ਅਤੇ ਫਿਰ ਸਭ ਤੋਂ ਮੁਸ਼ਕਲ ਆਉਣੀ ਕਿ ਉਸ ਦੇ ਨਾਲ ਇੱਕ ਐਨਰਜੀ ਜਿਹੜੀ ਹੈ, ਕਿਉਂਕਿ ਤੁਸੀਂ ਸਾਹ ਲੰਬੇ ਲੈਣੇ। ਸਭ ਤੋਂ ਪਹਿਲਾ ਕੰਮ ਹੋਣਾ, ਪ੍ਰੈਕਟੀਕਲੀ ਹੀ ਦੱਸ ਦਿੰਦੇ, ਤੁਸੀਂ ਸਾਹ ਲੰਬੇ ਲੈਣੇ ਸ਼ੁਰੂ ਕਰਨੇ। ਲੰਬੇ ਸਾਹਾਂ ਦੇ ਨਾਲ ਕੀ ਹੋਣਾ ਹੈ ਕਿ ਤੁਹਾਡੀ ਬੋਡੀ 'ਚ ਆਕਸੀਜਨ ਦੀ ਮਾਤਰਾ ਜ਼ਿਆਦਾ ਜਾਣੀ ਸ਼ੁਰੂ ਹੋਣੀ। ਆਕਸੀਜਨ ਦੀ ਯਾਤਰਾ ਜਦੋਂ ਜ਼ਿਆਦਾ ਸ਼ੁਰੂ ਹੋਈ, ਆਕਸੀਜਨ ਜ਼ਿਆਦਾ ਤੁਸੀਂ ਇਨਟੇਕ ਕੀਤੀ, ਤਾਂ ਉਹਦੇ ਨਾਲ ਕੀ ਹੋਣਾ ਕਿ ਸੈੱਲਾਂ ਸਾਰਿਆਂ ਨੂੰ ਜ਼ਿਆਦਾ ਆਕਸੀਜਨ ਮਿਲਣੀ ਹੈ, ਪ੍ਰੋਪਰ ਮਿਲਣੀ ਹੈ। ਅਤੇ ਉਹਦੇ ਨਾਲ ਕੀ ਕਰਨਾ, ਬੋਡੀ 'ਚ ਇੱਕ ਐਕਟੀਵਿਟੀ ਜਿਹੜੀ ਹੈ, ਇੱਕ ਐਕਟਿਵਨੈਸ ਜ਼ਿਆਦਾ ਹੋਣੀ। ਖਾਸ ਕਰਕੇ ਇਸ ਜਗ੍ਹਾ 'ਤੇ ਚੇਤਨ ਸ਼ਕਤੀ ਬਹੁਤ ਐਕਟਿਵ ਹੋਣੀ। ਅਤੇ ਫਿਰ ਜਦੋਂ ਤੁਸੀਂ ਲੰਮੇ ਪੈਣਾ, ਸਿਰਹਾਣੇ 'ਤੇ ਰੱਖਣਾ, ਅਤੇ ਉਹ ਨਾਲ ਹੀ ਸਾਹ ਚੱਲਣ। ਸਾਹ ਤਾਂ ਸੁਣਨਾ ਹੀ ਹੈ ਕਿ ਜਦੋਂ ਤੁਸੀਂ ਇਕੱਲੇ ਹੋਏ ਅਤੇ ਅੰਦਰ ਵੜੇ, ਇੱਥੇ ਰਹੇ, ਅਤੇ ਉਹ ਵਾਹਿਗੁਰੂ ਸੁਣਾਈ ਦੇਣਾ। ਅਤੇ ਜਦੋਂ ਵਾਹਿਗੁਰੂ ਸੁਣਾਈ ਦਿੱਤਾ, ਤਾਂ ਤੁਹਾਨੂੰ ਲੱਗਣਾ ਹੁਣ ਨੀਂਦ ਨਹੀਂ ਆਉਂਦੀ, ਕਰੀਏ ਕੀ। ਸਮਝ ਆਈ ਬਾਤ? ਅਤੇ ਘਬਰਾਉਣਾ ਨਹੀਂ, ਚਿੰਤਾ ਨਹੀਂ ਲੈਣੀ ਕਿਸੇ ਬਾਤ ਦੀ, ਬਸ ਮਸਤ ਰਹਿਣਾ, ਆਪਣੇ ਆਪ ਆ ਜਾਣੀ, ਕੋਈ ਦਿੱਕਤ ਨਹੀਂ ਉਹਨੂੰ। ਪਰ ਉਹਨੂੰ ਕਰਦੇ ਰਹਿਣਾ, ਉਹਨੂੰ ਸੁਣਦੇ ਰਹਿਣਾ ਮੌਜ ਨਾਲ। ਅਸੀਂ ਅੱਗੇ ਕੱਲ੍ਹ ਇੱਕ ਬਾਤ ਸੁਣਾਉਂਦੇ ਸੀ
ਸਾਡੇ ਉੱਥੇ ਇੰਡੀਆ ਇੱਕ ਗੁਰਸਿੱਖ ਨੇ ਪਿਆਰੇ, ਤੇ ਉਹਨਾਂ ਦੀ ਨਿੱਕੀ ਜਿਹੀ ਧੀ ਏ, ਕੋਈ 5-7 ਸਾਲਾਂ ਦੀ ਹੋਏਗੀ, 7-8 ਸਾਲਾਂ ਦੀ ਹੋਏਗੀ। ਇੱਦਾਂ ਹੀ ਕਿਤੇ ਸੰਗਤ 'ਚ ਬੈਠਿਆ ਅਭਿਆਸ ਦੱਸਦੇ ਹੀ, ਸਾਸ ਗਰਾਸ ਕਰਦੇ, ਜਾਂ ਉਹਦੇ ਪਿਤਾ ਜੀ ਨੇ ਪੁੱਛਿਆ ਹੋਣਾ, ਉਹਨਾਂ ਨੂੰ ਦੱਸਦੇ ਹੋਣੇ ਕਿਸੇ ਕਾਰਜ ਕਰਕੇ, ਤੇ ਉਹਨੇ ਸੁਣ ਲਿਆ। ਤੇ ਉਹਨੇ ਬੜੇ ਪਿਆਰ ਨਾਲ, ਕਿਉਂਕਿ ਬੱਚਾ ਹੀ ਪਾਕ ਹਿਰਦਾ ਹੀ, ਤੇ ਉਹਦੀ 5-7 ਦਿਨਾਂ 'ਚ ਹੀ ਉਹਨੂੰ ਕੀ ਹੋਇਆ ਕਿ ਇੱਕ ਦਿਨ ਉਹਦੇ ਪਿਤਾ ਜੀ ਦੀ ਬਾਈਕ ਖਰਾਬ ਹੋ ਗਈ, ਮੋਟਰਸਾਈਕਲ ਖਰਾਬ ਹੋ ਗਿਆ। ਇੰਡੀਆ ਦੇ ਬੱਚਿਆਂ ਦਾ ਜਿੱਦਾਂ ਤੁਹਾਨੂੰ ਦੱਸਦੇ ਆ ਨਾ ਵੀ ਉਹਨਾਂ 'ਚ ਇੱਕ ਗੁਣ ਹੁੰਦਾ ਕਿ ਉਹ ਉਹਨਾਂ ਨੂੰ ਕਹਿਣਾ ਨਹੀਂ ਪੈਂਦਾ ਕਿ ਪੁੱਤ ਧੱਕਾ ਲਾ, ਉਹ ਅੰਦਰ ਹੀ ਪ੍ਰੇਮ ਹੈ ਪਿਤਾ ਪ੍ਰਤੀ, ਉਹ ਨਾਲ ਹੀ ਧੱਕਾ ਲਾਉਣਾ ਸ਼ੁਰੂ ਹੋ ਗਈ ਮੋਟਰਸਾਈਕਲ ਨੂੰ। ਅਤੇ ਨਿੱਕੀ ਜਿਹੀ ਥੋੜ੍ਹੀ ਜਿਹੀ ਚੜ੍ਹਾਈ ਆਈ, ਜ਼ੋਰ ਲੱਗਾ ਅਤੇ ਸਾਹ ਚੜ੍ਹਿਆ। ਅਤੇ ਜਦੋਂ ਸਾਹ ਚੜ੍ਹਿਆ ਤਾਂ ਕਹਿੰਦੀ ਪਾਪਾ ਜੀ ਆਹ ਵੇਖ ਲਓ ਮੇਰੇ ਅੰਦਰ ਨਾ ਹੁਣ ਸਾਹ ਨਹੀਂ ਆਉਂਦੇ, ਕੋਈ ਵਾਹਿਗੁਰੂ ਕਹਿੰਦਾ ਜੇ। ਆਉਂਦੇ ਤਾਂ ਸਵਾਸ ਹੀ ਆ, ਕੋਈ ਦਿੱਕਤ ਨਹੀਂ ਇਹਦੇ 'ਚ ਹੈਗੀ, ਪਰ ਹੁਣ ਉਹ ਸਵਾਸ ਜਿਹੜੇ ਨੇ ਨਾ ਉਹ ਆਪ ਜੀ ਦੇ ਪਿਆਰੇ ਨੂੰ ਯਾਦ ਦੀ ਇੱਕ ਮਾਲਾ ਬਣ ਗਈ, ਇੱਕ ਸਿਮਰਨਾ ਬਣ ਗਈ। ਹੁਣ ਉਹ ਆਪ ਜੀ ਦੇ ਪਿਆਰੇ ਦੀ ਯਾਦ ਦਿਵਾਉਂਦੇ ਨੇ, ਹੁਣ ਆਪ ਜੀ ਦੇ ਪਿਆਰੇ ਦਾ ਨਾਮ ਜਿਹੜਾ ਹੈ ਉਹ ਯਾਦ ਆਉਂਦਾ। ਸਮਝਾਈ ਬਾਤ? ਇਹ ਕੁਝ ਘਟਨਾ ਹੋਣਗੀਆਂ, ਹੋਰ ਵੀ ਹੋਣਗੀਆਂ, ਪਰ ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਵੀ ਭਲਾ ਕੀ ਕੀ ਹੁੰਦੀਆਂ। ਵੈਸੇ ਮੋਸਟਲੀ ਸਾਨੂੰ ਪਤਾ ਨਹੀਂ ਕੀ ਕੀ ਹੁੰਦੀਆਂ, ਪਰ ਅਸੀਂ ਸੋਚਦੇ ਤੁਸੀਂ ਕੀ ਕੀ ਆ ਕੇ ਦੱਸੋਗੇ। ਅਤੇ ਐਵੇਂ ਕਮਲਿਆਂ ਨੂੰ ਕਹਾਣੀਆਂ ਨਾ ਬਣਾ ਕੇ ਸਾਡੇ ਕੋਲ ਆ ਜਾਓ। ਜਿੱਦਾਂ ਹੀ ਕਿਤੇ ਬੈਠਿਆਂ ਪੁੱਛ ਲਿਆ ਕਿ ਉਹ ਲਾਈਟ ਦਿਖਾਈ ਦਿੰਦੀ, ਉਹ ਕਹਿੰਦੇ ਅੰਦਰ ਲਾਈਟ ਦਿਖਾਈ ਦਿੰਦੀ। ਅਤੇ ਪੁੱਛਣ ਨਹੀਂ ਕਿ ਲਾਈਟ, ਕੋਈ ਕਵੇ ਨੀਲੇ ਰੰਗ ਦੀ ਦਿਖਾਈ ਦਿੰਦੀ, ਕੋਈ ਕਹਿੰਦਾ ਚਿੱਟੇ ਦਿਖਦੀ। ਇੱਕ ਭੈਣਾ ਸੀ, ਉਹਨੂੰ ਪੁੱਛਿਆ, ਕਹਿੰਦੀ ਮੈਂ ਕਿਹਾ ਤੈਨੂੰ ਦਿਖਾਈ ਦਿੰਦੀ? ਕਹਿੰਦੀ ਹਾਂ ਦਿਖਾਈ ਦਿੱਤੀ। ਕਿ ਕਿਹੜੀ? ਕਹਿੰਦੀ ਪਿੰਕ ਕਲਰ ਦੀ ਦਿਖਾਈ ਦਿੰਦੀ। ਸੁਰਤ ਕਰਕੇ ਨਹੀਂ, ਇੱਥੇ ਸਾਡੇ ਸਾਧੂ ਬੈਠੇ ਨੇ, ਇਹਨਾਂ ਨੂੰ ਵੀ ਦਿਖਾਈ ਦਿੰਦੀ ਨੀਲੇ ਰੰਗ ਦੀ। ਹਾਲਾਂਕਿ ਅਸੀਂ ਇੱਧਰ ਦੀਆਂ ਇਹ ਚੀਜ਼ਾਂ ਜਿਹੜੀਆਂ ਨੇ ਨਾ, ਲਾਈਟ ਦਿਖਾਈ ਦੇਣੀ, ਪ੍ਰਕਾਸ਼ ਹੋਣਾ, ਇਹਨਾਂ 'ਤੇ ਉਲਝਣਾ ਨਹੀਂ ਹੁੰਦਾ, ਹੈ ਨਾ। ਇਹ ਤੁਹਾਨੂੰ ਫੀਲ ਵੀ ਹੋਣ ਕਦੀ, ਤੇ ਕੋਈ ਦਿੱਕਤ ਨਹੀਂ ਹੈਗੀ। ਬਸ ਪਿਆਰੇ ਦਾ ਸ਼ੁਕਰਾਨਾ ਕਰੋ, ਅੱਗੇ ਚੱਲੋ। ਜਿੱਦਾਂ ਪ੍ਰਸ਼ਾਦਾ ਮਿਲਦਾ ਏ ਅਤੇ ਪਿਆਰੇ ਦਾ ਸ਼ੁਕਰਾਨਾ ਕਰਦੇ ਹੋ, ਅਤੇ ਅੱਗੇ ਚੱਲ ਪੈਂਦੇ, ਹੈ ਨਾ। ਪ੍ਰੇਮ ਮਿਲਿਆ, ਪਿਆਰੇ ਦਾ ਸ਼ੁਕਰਾਨਾ ਕੀਤਾ, ਅੱਗੇ ਚੱਲੇ। ਕੁਦਰਤ 'ਚੋਂ ਕੋਈ ਰੰਗ ਮਾਣਿਆ, ਪਿਆਰੇ ਦਾ ਸ਼ੁਕਰਾਨਾ ਕੀਤਾ, ਅੱਗੇ ਚੱਲੇ, ਹੈ ਨਾ। ਮਾਂ ਨੇ ਝਿੜਕ ਮਾਰੀ ਲਾਡ ਕਰਕੇ, ਪਿਆਰੇ ਦਾ ਸ਼ੁਕਰਾਨਾ ਕੀਤਾ, ਅੱਗੇ ਚੱਲੇ। ਪਿਤਾ ਜੀ ਨੇ ਝਿੜਕ ਮਾਰਤੀ ਕਿਸੇ ਚੀਜ਼ ਤੁਹਾਨੂੰ ਸੁਧਾਰਨ ਵਾਸਤੇ, ਪਿਆਰੇ ਦਾ ਸ਼ੁਕਰਾਨਾ ਕੀਤਾ, ਅੱਗੇ ਚੱਲੇ। ਸਿੰਪਲ ਜੀ ਤੇ ਚੀਜ਼। ਬਦਾਮ ਖਾਈਏ ਨਾ, ਬਦਾਮ ਇੱਥੋਂ ਵਾਲੇ ਤੇ ਫਿੱਕੇ ਜੇ, ਉਹ ਥੋੜ੍ਹੇ ਜਿਹੇ ਮਸ਼ੀਨੀ ਲਾ ਲਾ ਕੇ ਉਹਨਾਂ ਨੇ ਕੀਤੇ। ਇੰਡੀਆ ਵਾਲੇ ਬਦਾਮ ਖਾਈਏ ਨਾ, ਅਤੇ ਉਹ ਖਾਂਦੇ ਖਾਂਦੇ ਵਿੱਚ ਇੱਕ ਇੱਦਾਂ ਦਾ ਬਦਾਮ ਆਉਂਦਾ ਹੈ ਜਿਹੜਾ ਕੌੜਾ ਹੁੰਦਾ, ਅਤੇ ਜਦੋਂ ਮਿੱਠੇ ਖਾਧੇ ਉਦੋਂ ਸ਼ੁਕਰਾਨਾ ਕੀਤਾ, ਅਤੇ ਕੌੜੇ ਵਾਰੀ ਕੀ ਹੋਇਆ? ਕੌੜੇ ਵਾਰੀ ਵੀ ਸ਼ੁਕਰਾਨਾ ਕਰਨਾ ਅਤੇ ਅੱਗੇ ਚੱਲਣਾ। ਹੋ ਸਕਦਾ ਇਹ ਜਿਹੜਾ ਦੂਜਿਆਂ ਨੇ ਤੇ ਕੋਈ ਊਰਜਾ ਦਿੱਤੀ ਹੋਵੇ, ਕੋਈ ਤਾਕਤ ਦਿੱਤੀ ਹੋਵੇ, ਅਤੇ ਜਿਹੜਾ ਕੌੜਾ ਖਾਧਾ ਉਹਨੇ ਪਤਾ ਨਹੀਂ ਕਿੰਨਾ ਕੁਝ ਐਕਟਿਵ ਕੀਤਾ ਹੋਣਾ ਤੁਹਾਡੇ ਅੰਦਰ। ਇਹ ਕਰਕੇ ਜੇ ਤੁਰੇ ਜਾਂਦੇ ਹੋ, ਤੁਹਾਡੇ ਪੈਰਾਂ ਥੱਲੇ ਫੁੱਲ ਪਰਮਾਤਮਾ ਨੇ, ਤੁਸੀਂ ਪਾਰਕਾਂ 'ਚ ਜਦੋਂ ਟਹਿਲਣ ਜਾਂਦੇ ਹੋ, ਘਾਵਾਂ 'ਤੇ ਬਹਿੰਦੇ ਹੋ, ਉਹਨਾਂ ਘਾਵਾਂ 'ਤੇ ਪੈਰ ਰੱਖਦੇ ਹੋ, ਉਹਨਾਂ ਘਾਵਾਂ ਦੇ ਵਿੱਚ ਕਦੀ ਧਿਆਨ ਨਾਲ ਵੇਖੋਗੇ ਤੇ ਤੁਹਾਡੇ ਪੈਰਾਂ ਥੱਲੇ ਉਹ ਫੁੱਲ ਵਿਛਾ ਕੇ ਬੈਠਾ ਹੁੰਦਾ। ਵੇਖੇ ਕਦੀ ਫੁੱਲ? ਜਿਨ੍ਹਾਂ ਨੂੰ ਤੁਸੀਂ ਮਲ ਮੂਲ ਹੀ ਦਿੰਦੇ ਹੋ, ਪਰ ਉਹਨੇ ਖਿੜਾਏ ਹੁੰਦੇ ਆਪ ਜੀ ਦੇ ਪੈਰਾਂ ਦੇ ਥੱਲੇ। ਅਤੇ ਜੇ ਕਦੀ ਕੋਈ ਕੰਡਾ ਵੀ ਚੁੱਭ ਜੇ ਤਾਂ ਕੀ ਦਿੱਕਤ ਹੈ? ਜੇ ਫੁੱਲਾਂ ਨੂੰ ਮਾਣਿਆ ਹੈ ਤੇ ਕੰਡੇ ਨੂੰ ਮਾਣ ਲਓ, ਕੀ ਦਿੱਕਤ ਹੈ? ਅੱਜ ਕੱਲ੍ਹ ਤਾਂ ਉਹ ਜੈਪਨੀਜ਼ ਥੈਰੇਪੀ, ਉਹ ਸੂਈਆਂ ਮਾਰ ਮਾਰ ਕੇ ਵੀ ਠੀਕ ਕਰਦੇ। ਹੋ ਸਕਦਾ ਉਹ ਤੁਹਾਨੂੰ ਐਕੋਪੈਚਰ ਹੀ ਕਰਦਾ ਹੋਵੇ, ਹੋ ਸਕਦਾ ਹੈ ਨਾ ਕਿ ਪਰਮਾਤਮਾ ਜੀ ਠੀਕ ਕਰਦੇ ਹੁਣ, ਕੀ ਦਿੱਕਤ ਹੈ ਉਹਦੇ 'ਚ? ਉਹ ਪੁੱਤ ਕਰਨਾ ਹੀ ਤਗੜੇ ਹੋ ਕੇ। ਹੁਣ ਵਾਪਸ ਆਈਏ ਰਿਸਪੌਂਡ ਦੀ। ਕੱਲ੍ਹ ਨਾ ਗੱਲ ਕਰੀਏ, ਕੱਲ੍ਹ ਕਰ ਲਈਏ। ਇੰਨੀਆਂ ਕੁ ਯਾਦ ਰੱਖ ਲਿਓ, ਫਿਰ ਤੁਸੀਂ ਭੁੱਲ ਜਾਣਾ। ਕਿ ਕਰ ਦਈਏ? ਉੱਚੀ ਬੋਲ ਕੇ ਦੱਸੋ, ਛੁੱਟੀ ਕਰੀਏ ਕਿ ਕਰ ਲਈਏ ਗੱਲ? ਸਾਰਿਆਂ ਨੇ ਬੋਲ ਜਾਣਾ ਨਾ, ਬਹੁਤ ਖਰਾਬ ਬੰਦੇ ਵਜਨੀਤ ਹੈ। ਜਿਵੇਂ ਤੁਸੀਂ ਕਹਿੰਦੇ ਅਭਿਆਸ ਦਿੰਦੇ ਆ ਨਾ, ਤੁਸੀਂ ਕਹਿੰਦੇ ਕਿ ਹੁਣ ਦੱਸਣਾ ਹੈ ਕਿ ਜਿਵੇਂ ਤੁਹਾਨੂੰ ਲੱਗਾ ਹੈ ਨਾ,
ਉਹ ਮੈਨੂੰ ਨਹੀਂ ਸਮਝ ਆਉਂਦੀ ਕਿਉਂਕਿ ਮੈਨੂੰ ਆਪ ਨੂੰ ਨਹੀਂ ਪਤਾ ਹੁੰਦਾ ਹੈ ਕਿ ਸਾਰੇ ਕਿ ਵਾਹਿਗੁਰੂ ਆ ਰਿਹਾ ਹੈ ਨਾ ਉਹ ਕੋਈ ਨਹੀਂ ਪੁੱਤ, ਜਦੋਂ ਕੋਈ ਦੱਸਣ ਦੀ ਖੇਡ ਬਣੇਗੀ ਨਾ ਤੂੰ ਆਪੇ ਦੱਸ ਦੇ। ਤੂੰ ਚੁੱਪ ਕਰਕੇ ਕਰਨਾ ਹੈ, ਆਪਣੇ ਆਪ ਹੋ ਜਾਣਾ। ਹਾਂਜੀ ਪੁੱਤ। ਤੈਨੂੰ ਕਰ ਸਕਦੇ ਕਿ ਇੱਕ ਅਭਿਆਸ ਮਿਲਿਆ ਨਾ ਜੋ ਇੱਦਾਂ ਉਹਨੂੰ ਪਹਿਲਾਂ 2 ਦਿਨ 3 ਦਿਨ 1 ਹਫ਼ਤਾ ਕਰੀ ਜਾਣਾ, ਜਦ ਤੱਕ ਪੂਰਾ ਹੋ ਗਿਆ ਫਿਰ ਦੂਸਰੇ ਅਭਿਆਸ ਤੇ ਆਉਣਾ, ਫਿਰ ਉਹਦੇ ਨਾਲ ਕਮਾਈ ਵੀ ਹੋ ਜਾਂਦੀ ਹੈ ਸਾਰੀ। ਇਹ ਗੁੱਡ ਗੱਲ ਹੈ ਪੁੱਤ, ਇੱਕ ਅਭਿਆਸ ਪੂਰਾ ਕਮਾਉਣਾ ਹੀ ਚਾਹੀਦਾ ਹੈ। ਅਭਿਆਸ ਤਾਂ ਇੱਕੋ ਹੀ ਦਿੰਦੇ ਆ ਤੁਹਾਨੂੰ। ਅੱਛਾ ਨਿਹੰਗ, ਤੈਨੂੰ ਅਭਿਆਸ ਦਿੱਤਾ ਸੀ ਫਰੀਦਾ ਬੁਰੇ ਦਾ ਭਲਾ ਕਰ, ਤੈਨੂੰ ਕਿਹੜਾ ਅਭਿਆਸ ਮਿਲਿਆ ਸੀ ਕੈਂਪ ਚੋਂ ਪਿਛਲੀ ਵਾਰ? ਇਹੋ ਮਿਲਿਆ ਸੀ ਨਾ? ਤੇ ਤੂੰ ਕਮਾ ਲਿਆ ਫਿਰ? ਛੱਡਿਆ ਕਿਉਂ? ਨਹੀਂ ਪੁੱਤੀਏ, ਜਿਹੜਾ ਅਭਿਆਸ ਮਿਲਦਾ ਹੁੰਦਾ ਨਾ ਉਹਨੂੰ ਪੂਰਾ ਕਮਾਈਦਾ ਹੈ, ਉਹਨੂੰ ਪੂਰੀ ਰੀਝ ਨਾਲ ਕਮਾਉਣਾ ਹੈ। ਉਹਨੂੰ ਉਨੀ ਦੇਰ ਤੱਕ ਕਮਾਉਣਾ ਹੈ ਜਿੰਨੀ ਦੇਰ ਤੱਕ ਉਹ ਸੁਭਾਅ ਨਾ ਬਣ ਜੇ, ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਨਾ ਬਣ ਜੇ। ਸਾਡੇ ਪੁੱਤ ਕੀ ਹੋਇਆ? ਬੜਾ ਵਧੀਆ ਬੈਠਾ। ਮਾਤਾ ਜੀ ਦਾ ਜੀ ਨਹੀਂ ਲੱਗਦਾ ਉੱਥੇ? ਚੱਲ ਉੱਥੇ ਵਾਪਸ ਚੱਲ ਜਾ, ਦੌੜ ਜਾ। ਮਾਤਾ ਜੀ ਦੇ ਲਾਗੇ ਹੋਰ ਧੀਆਂ ਜਿਹੜੀਆਂ ਇਹ ਨਹੀਂ ਹੈਗੀਆਂ? ਕਿੱਡਾ ਉੱਥੇ ਜਗ੍ਹਾ ਬਣਾ ਕੇ ਉਹਨੂੰ ਸੱਦਣ ਦੇ। ਆਹ ਜੈਸਿਕਾ ਬੈਠੀ ਆ, ਗਿੰਨੀ ਭੈਣਾਂ ਬੈਠੀ। ਕਲਗੀਆਂ ਵਾਲੇ ਦੇ ਪਰਿਵਾਰ ਬਣ ਜਾਓ, ਕਲਗੀਆਂ ਵਾਲੇ ਦੇ ਪੁੱਤ ਬਣੋ, ਸਾਰੇ ਹੀ ਆਪਣੇ ਨੇ। ਕੀ ਦਿੱਕਤ ਆ? ਇਹ ਠੀਕ ਹੈ ਕਿ ਉਹ ਸਤਿਗੁਰੂ ਨੇ ਕੁਝ ਆਪ ਜੀ ਨੂੰ ਜ਼ਿੰਮੇਵਾਰੀਆਂ ਲਾਈਆਂ ਨੇ, ਉਹ ਜ਼ਿੰਮੇਵਾਰੀਆਂ ਨਿਭਾਓ, ਤਗੜੇ ਹੋ ਕੇ। ਪਰ ਜਦੋਂ ਸੰਗਤ ਚਾਹੋ ਉਦੋਂ ਸਾਰੇ ਹੀ ਕਲਗੀਆਂ ਵਾਲੇ ਦੇ, ਉਦੋਂ ਸਾਰੀਆਂ ਹੀ ਮਾਵਾਂ ਨੇ, ਸਾਰੇ ਹੀ ਪਿਤਾ ਨੇ, ਸਾਰੇ ਹੀ ਉਹ ਭੈਣ ਭਰਾ ਨੇ, ਸਾਰੇ ਇੱਕੋ ਪਾਤਸ਼ਾਹ ਦੇ ਨੇ। ਇਹਨੂੰ ਜਿੰਨੀ ਛੇਤੀ ਵੇਖੋ, ਇੱਕ ਦਿਨ ਆਉਣਾ ਹੈ, ਤੁਸੀਂ ਇਸੇ ਰੰਗ 'ਚ ਪਹੁੰਚਣਾ ਹੈ ਕਿ ਉਹ ਪਿਆਰਾ ਹੈ ਤੇ ਜਰੇ ਜਰੇ 'ਚੋਂ ਮੇਰਾ ਪਿਆਰਾ ਵਸਦਾ ਹੈ ਨਾ। ਬੰਦਿਆਂ 'ਚ ਤੇ ਗੱਲ ਛੱਡੋ, ਜਰੇ ਜਰੇ 'ਚ ਵਸਦਾ ਹੈ ਤੇ ਮੈਂ ਜਿਹੜਾ ਹੈ ਉਹਦੇ ਨਾਲ ਲਾਡ ਕਰਨਾ ਹੈ, ਪ੍ਰੀਤ ਕਰਨੀ ਹੈ, ਸੇਵਾ ਕਰਨੀ ਹੈ। ਇਹ ਪਰਿਵਾਰਕ ਮੋਹ ਮਾਇਆ, ਇਹ ਖੇਡਾਂ ਜਿਹੜੀਆਂ ਨੇ ਇਹ ਚੱਲਣੀਆਂ ਨਹੀਂ ਆਪ ਜੀ ਦੀਆਂ ਬਹੁਤੀ ਦੇਰ। ਜਿੰਨੀ ਛੇਤੀ ਉਹਦੇ ਨਾਲ ਵਿਵਹਾਰ ਕਰਨਾ, ਉਹਦੇ ਨਾਲ ਜੀਣਾ ਸਿੱਖ ਲੋਗੇ, ਉਨਾ ਹੀ ਚੰਗਾ। ਇਹ ਕਰਕੇ ਬਹੁਤ ਜ਼ਰੂਰੀ ਬਾਤ ਹੈ, ਇਹਦਾ ਧਿਆਨ ਰੱਖਿਆ ਕਰ। ਚਲੋ ਬਾਤ ਕਰਦੇ ਹਾਂ ਰਿਸਪੌਂਡ ਦੀ। ਕੱਲ੍ਹ ਅਸੀਂ ਗੱਲ ਕੀਤੀ ਸੀ ਇੱਕ ਯਾਦ ਸ਼ਕਤੀ ਦੀ ਵੀ ਗੱਲ ਕੀਤੀ ਸੀ ਨਾ, ਕਿ ਯਾਦ ਸ਼ਕਤੀ ਕਿਵੇਂ ਵੱਧਦੀ ਹੈ। ਕਿ ਜਿਹੜੇ ਗੁਰਸਿੱਖ ਹੁੰਦੇ ਨੇ, ਗੁਰੂ ਦੇ ਪਿਆਰੇ ਹੁੰਦੇ ਨੇ, ਗੁਰੂ ਕੋ ਰਹਿੰਦੇ ਨੇ, ਉਹ ਹਰ ਇੱਕ ਚੀਜ਼ ਨੂੰ ਮਾਣਦੇ ਨੇ। ਅਤੇ ਜਿਹੜੀ ਚੀਜ਼ ਤੁਸੀਂ ਮਾਣੀ ਹੁੰਦੀ ਹੈ ਨਾ, ਉਹ ਆਪ ਜੀ ਨੂੰ ਭੁੱਲਦੀ ਨਹੀਂ। ਅੱਜ ਵੀ ਜੋ ਜੋ ਤੁਸੀਂ ਮਾਣਿਆ ਹੋਏਗਾ ਉਹ ਆਪ ਜੀ ਨੂੰ ਭੁੱਲਿਆ ਨਹੀਂ ਹੋਏਗਾ। ਜਿਹਨੂੰ ਨਹੀਂ ਮਾਣਿਆ ਹੋਏਗਾ ਉਹ ਭੁੱਲ ਜਾਂਦਾ। ਤੁਸੀਂ ਸਹਿਜ ਜਾਪ ਕਰੋ, ਅਤੇ ਸਹਿਜ ਜਾਪ ਕਰਦਿਆਂ ਜੇ ਤੁਸੀਂ ਉਹਨੂੰ ਮਾਣ ਲਿਆ ਆਪਣੇ ਪਿਤਾ ਕੋਲ, ਅਤੇ ਉਹ ਤੁਹਾਨੂੰ ਕਦੀ ਨਹੀਂ ਭੁੱਲਣਾ, ਉਹ ਯਾਦ ਰਹਿਣਾ ਹੈ। ਅਤੇ ਜੇ ਮਾਣਿਆ ਨਹੀਂ, ਉੱਦਾਂ ਹੀ ਪੜ੍ਹ ਕੇ ਆ ਗਏ, ਅਤੇ ਫਿਰ ਉਹ ਯਾਦ ਰਹਿੰਦਾ? ਉਹ ਯਾਦ ਨਹੀਂ ਰਹਿੰਦਾ। ਅਤੇ ਜਿਹੜੇ ਸਾਧੂ ਹੁੰਦੇ ਨੇ, ਗੁਰਸਿੱਖ ਹੁੰਦੇ ਨੇ, ਉਹ ਐਵਰੀ ਸੈਕਿੰਡ ਨੂੰ ਮਾਣਦੇ ਨੇ ਬਸ, ਕਿਉਂਕਿ ਉਹਨਾਂ ਨੂੰ ਲੱਗਦਾ ਮੇਰਾ ਪਿਆਰਾ ਮੈਨੂੰ ਕੁਝ ਦੇ ਰਿਹਾ ਹੈ। ਉਹਨਾਂ ਨੂੰ ਕੋਈ ਪਾਣੀ ਦਾ ਗਲਾਸ ਵੀ ਫੜਾਏਗਾ ਅਤੇ ਉਹਨਾਂ ਉਹਨੂੰ ਵੀ ਮਾਣ ਲੈਣਾ, ਹੈ ਨਾ। ਉਹਨਾਂ ਨਾਲ ਕੋਈ ਲੜਨ ਵੀ ਆਏਗਾ ਅਤੇ ਉਹਨਾਂ ਉਹਨੂੰ ਵੀ ਮਾਣ ਲੈਣਾ। ਅਸੀਂ ਆਪ ਜੀ ਨੂੰ ਇੱਕ ਗੁਰਸਿੱਖ ਦੀ, 6ਵੇਂ ਪਾਤਸ਼ਾਹ ਦੇ ਗੁਰਸਿੱਖ ਹੀ ਬੜੇ ਪਿਆਰੇ, ਕਿਸੇ ਪਿੰਡ 'ਚ ਉਹਨਾਂ ਦੀ ਡਿਊਟੀ ਲੱਗੀ ਸੀ ਅਤੇ ਉਹਨਾਂ ਨੂੰ ਉਹ ਕਿਸੇ ਦੇ ਘਰੇ ਗਏ, ਅਗਰਾਈ ਚੱਲਦੀ ਸੀ ਕੋਈ, ਅਤੇ ਅਗਰਾਈ ਕਰਨ ਵਾਸਤੇ ਜਿਹੜਾ ਹੈ ਉਹ ਘਰੇ ਗਏ। ਸੰਗਤ ਵਾਸਤੇ ਕੁਝ ਬਣਾਉਣਾ ਹੈ, ਆਪਣੇ ਵਾਸਤੇ ਨਹੀਂ, ਸੰਗਤ ਵਾਸਤੇ ਕੁਝ ਬਣਾਉਣਾ ਹੈ। ਅਤੇ ਉਸ ਘਰ ਵਾਲਿਆਂ ਨੇ ਉਹਨਾਂ ਨਾਲ ਬੁਰਾ ਵਿਵਹਾਰ ਕੀਤਾ, ਬੜਾ ਮੰਦਾ ਚੰਗਾ ਬੋਲਿਆ, ਤੁਸੀਂ ਮੰਗਤੇ ਆ ਗਏ, ਤੁਸੀਂ ਉਹ ਆ ਗਏ, ਤੁਸੀਂ ਇੱਦਾਂ ਆ ਗਏ। ਅਤੇ ਘਰ ਦਾ ਜਿਹੜਾ ਕੂੜਾ ਸੀ ਨਾ, ਕੂੜਾ ਉਹ ਉਹਨਾਂ ਦੀ ਝੋਲੀ ਪਾ ਤਾ। ਉਦੋਂ ਝੋਲੀਆਂ ਹੁੰਦੀਆਂ ਸੀ, ਝੋਲੀਆਂ 'ਚ ਅਗਰਾਈ ਕਰਦੇ, ਵੀ ਚਾਦਰ ਦੀ ਇੱਕ ਝੋਲੀ ਬਣਾ ਲੈਂਦੇ, ਉਹਦੇ 'ਚ ਅਗਰਾਈ ਕਰ ਲੈਂਦੇ, ਅਤੇ ਝੋਲੀ 'ਚ ਉਹਨਾਂ ਨੇ ਕੂੜਾ ਪਾ ਤਾ, ਤਾਂ ਉਹਨਾਂ ਹੱਸ ਕੇ ਪਵਾ ਲਿਆ ਅਤੇ ਬੜੇ ਪ੍ਰੇਮ ਨਾਲ ਕਹਿੰਦੇ ਕਿ ਵਾਹਿਗੁਰੂ ਜੀ ਆਪ ਜੀ ਨੂੰ ਜਿਹੜਾ ਭਲਾ ਕਰਨ, ਬਸ ਇੰਨੀ ਗੱਲ ਕਹਿ ਕੇ ਵਾਪਸ ਆ ਗਏ। ਕ੍ਰੋਧ ਨਹੀਂ ਆਇਆ,
क्योंकि लगा है कि मेरे गुरु ने ही देना है, जो दिता मेरे गुरु ने ही दिता है ना। जे कोई दात दे दिंदा, कोई दूजी दात दे दिंदा जिन्हों असीं दातां मनदे आ, कोई अनाज दी, कोई पैसे दी, कोई ओदी, तो वो भी गुरु दे लेखे लगनी है। जे इन्हां ने कूड़ा दिता है तो यह भी दात ही है, मेरे गुरु ने दिता है, बस गल मुक गई। घर लै आए, जिथे वो सेवा करते उत्थे लै आए, है ना। आके उन्होंने कूड़े नूं वेख्या ते उहदे चों बेरां दे 2 गिटकां निकलियां, बेरां दे जिहड़े विचों गिटक निकलदी ना बीज, वो निकलियां ते वो बीजतियां। कई साल बीत गए, बेरी वड्डी होई ते बेरी नूं बड़े मिठे बेर लगे ते छेवें पातशाह घुमदे घुमाउंदे वो गुरसिख को चले गए ते बड़ी रीझ नाल वो बेर तोड़ के धो के साफ करके छेवें पातशाह नूं छकाई। ते छेवें पातशाह ने पुछे कि भलिया ये बेर बड़े स्वाद आ, कित्थों आए? ते ये नहीं गया कि मैं बीजे, कहंदे मैनूं फलाणिਆਂ ने दिते जिन्हां ने कूड़ा दिता है। ते उन्हां दे घरे लै गए कि सतगुरु इन्हां ने दिते, इन्हां दे बेर ने, इन्हां ने भेंट कीते, वो परमात्मा जी ने इन्हां च वस के ये दात बख्शी। तुसीं सोचो, उन्हें कूड़ा पाया, उन्हां कूड़े नूं भी मान लिया। गुरसिख दा ये फर्क हुंदा, वो हर चीज़ नूं मान लैंदा क्योंकि उन्होंने लगता है मेरे प्यारे की खेड चल रही है, सब कुछ मेरे प्यारे की रचना चों आ रहा है, ये भी कुछ ना कुछ भला ही होना है ना। जिवें सतगुरु दे वो बोलां नूं उन्हें सिर्फ पढ़िया नहीं है, उन्हें सिर्फ लोकां नूं नहीं सुनाया है ना, उन्हें जीवन च धारण किया है कि बुरा नहीं सब भला ही है रे। सिर्फ सुनिया ही नहीं है कि बुरा नहीं सब भला ही है रे, अपने जीवन च उन्होंने धारण किया है कि बुरा जे सतगुरु कहिंदे नहीं है तो फिर हैगा ही नहीं, तो उदां दे बनना है। तो जेड़े जेड़े तुसीं ईवेंट मान लेंदे जे वो आप जी नूं याद रहिंदे, दूजे नहीं याद रहिंदे। ये बात कीती सी ना, याद क्यों नहीं रहिंदे, वो रिस्पॉन्ड दा काम है हुण, क्योंकि अहीं जीने आ 2 तरह दा जीवना है, एक दूजे दे रिस्पॉन्ड ते कि दूजा की रिस्पॉन्स करता है, एक अपने अंदरों जो प्रगट हो रहा है, जो सतगुरु लीला रच के बैठे ने उन्होंने मान के समझण दे। मान लो कोई गुरसिख जिहड़ा है कोई बोलदा होएगा, अपने प्यारे नूं गाउंदा होएगा, कोई कीर्तन करदा होएगा, कोई कथा करदा होएगा, तो उन्हें रिस्पॉन्ड नहीं वेखना कि तुसीं की करन रहे हो, तुसीं वापस जिहड़ा है की चाहुंदे हो, वो बस गाउण दिया है, उहदे वास्ते उहो ही आनंद है, महाआनंद है, क्योंकि अपने प्यारे दे रंग च लगा है। बस ਉਹਨੂੰ अपने इस शरीर तो भी ਜਿਹੜਾ शब्द प्रगट होंदे ने ना फुੱਲ बन बन के उन्होंने भी मान रहा रीझ ना। आम ਜਿਹੜਾ जीव है वह किदां जींदा है, वह कुछ बोलदा है तो वह बोलण नूं नहीं मानदा, वो ਜਿਹੜਾ दूजे जाने रिएक्ट करते रिस्पॉन्ड करते ਉਹਦੇ ते खलोता है, ਉਹਦਾ सारा कारोबार रिस्पॉन्ड ते खलोता है। तुसीं कदी ध्यान ना वेखोगे तुहाडे दुश्मन ते मित्र ओह रिस्पॉन्ड ते ही बनते ते टुटदे ने। तुहाडे मित्र तुहाडे गुणा करके नहीं ने, पर जिस दिन गुणा तो प्रगट होए उस दिन ते दुश्मन भी मित्र हो जाने, उस दिन ते बगाना बचना कोई नहीं। साडी जिहड़ी बुरियाई चंगियाई सब रिस्पॉन्ड ते आ, जिहड़ा चंगा रिस्पॉन्ड करदा असीं किन्ने बंदा चंगा है, जिहड़ा बुरा रिस्पॉन्ड करदा जिन्हें साडी गल नूं जिहड़ा एक्सैप्ट नहीं कीता असीं सोचदे ये नहीं बंदा सही हैगा, साडे नाल नफरत करदा, ये तो दूजे धड़े दा बंदा है। ये सब धड़े सब वाद विवाद सिर्फ इसे रिस्पॉन्ड तो बनदे, ते रिस्पॉन्ड वाला मनुख इत्थे नहीं रहिंदा, ऐस भोरे च नहीं रहिंदा, वो भटकदा रहिंदा बाहर दूजियां दे। इस करके तुसीं वेखो कार लैणगे लोग ते लोकां नूं विखा के जो रस आउंदा है वो चला के नहीं आउंदा, है ना। कोई कपड़ा पाउणगे वो विखा के जिहड़ा रस आउंदा है वो पा के नहीं आउंदा। आ कई भैणां ने वो कहंदियां ना ना सूट इक्को वार पाउणा, उन्हां नूं पुछीए दूजी वार फट गया, दूजी वार किते सूट पुराना हो जांदा, ਇਹ नहीं हुण सारिਆਂ ने वेख लिया। कभी तुसीं कोई भैण वेखी कि वह किसी के विआह ते गई जां फंक्शन ते गई ते दोवें दिन इक्को सूट पा के जावे? हालांकि नवां सूट है बिल्कुल नवां, पर दूजे दिन क्यों नहीं पा के गई? क्योंकि रिस्पॉन्ड ते जीण रही है, उन्होंने लगना ਇਹਦਾ रिस्पॉन्ड आ गया, कल पॉजिटिव ਜਿਹੜਾ आना ही कि भैणे सूट बड़ा सोहना है, अज नहीं आना, अज ने कहना लै ये कल वाला ही पा के आ गई। समझ आउंदी बात? इदां नहीं जीना, फिर तुसीं दूजियां ते जीने आ।
ਫਿਰ ਦੂਜੇ ਜਦੋਂ ਮਰਜ਼ੀ ਤੁਹਾਨੂੰ ਦੁਖੀ ਕਰ ਸਕਦੇ। ਫਿਰ ਤੁਸੀਂ ਆਪਣਾ ਰਿਮੋਟ ਕੰਟਰੋਲ ਦੂਜਿਆਂ ਦੇ ਹੱਥ 'ਚ ਦਿੱਤਾ ਹੈ। ਆਪਣੇ 'ਤੇ ਜੀਣਾ ਹੈ ਬਸ, ਪੂਰੀ ਰੀਝ ਨਾਲ। ਹਰ ਚੀਜ਼ ਨੂੰ ਮੰਨਣਾ ਹੈ, ਜੋ ਘਟੇ, ਜੋ ਫੁੱਲਾਂ ਦੇ ਵਿੱਚ ਖੁਸ਼ਬੂ ਬਣ ਕੇ ਮਹਿਕਦਾ ਹੈ, ਮਾਣੋ ਉਹਨੂੰ। ਹਰ ਇੱਕ ਚੀਜ਼ ਨੂੰ ਮੰਨਣਾ ਹੈ ਬਸ, ਅਤੇ ਮਾਣ ਕੇ ਜੀਣਾ ਹੈ। ਜਿਨ੍ਹਾਂ ਨੇ ਇਸ ਸੰਸਾਰ 'ਤੇ ਪਰਮਾਤਮਾ ਦੇ ਨਾਲ ਰੰਗ ਰਲੀਆਂ ਨਹੀਂ ਨਾ ਮਾਣੀਆਂ, ਜੀਵੇ ਨਹੀਂ, ਉਹ ਖਪਦੇ ਖਪਾਉਂਦੇ ਹੀ ਚਲੇ ਜਾਂਦੇ। ਅਤੇ ਰਿਸਪਾਉਂਡ ਵਾਲੇ ਜਿਹੜੇ ਰਿਸਪਾਉਂਡ 'ਤੇ ਜੀਂਦੇ ਨੇ ਨਾ, ਪਖੰਡੀ ਹੋ ਜਾਂਦੇ। ਪਖੰਡੀ ਹੋ ਹੀ ਜਾਣਗੇ, ਕਿਉਂਕਿ ਹੁਣ ਉਹ ਮਾਣ ਨਹੀਂ ਰਹੇ। ਕੀਰਤਨ ਕਰ ਰਿਹਾ ਹੈ ਕੋਈ, ਉਹ ਕੀਰਤਨ ਉਹਦੇ ਵਾਸਤੇ ਮਹਾਦਾਤ ਨਹੀਂ ਹੈ, ਮਹਾਬਖਸ਼ਿਸ਼ ਨਹੀਂ ਹੈ। ਉਹ ਰਿਸਪੌਂਡ 'ਤੇ ਹੈ ਕਿ ਜੇ ਸੁਣਨਗੇ ਤੇ ਕਹਿਣਗੇ ਭਾਈ ਸਾਹਿਬ ਬਹੁਤ ਸੋਹਣਾ ਕੀਰਤਨ ਕਰਦਾ, ਭਾਈ ਸਾਹਿਬ ਬਹੁਤ ਸੋਹਣੀ ਕਥਾ ਕਰਦਾ। ਅਤੇ ਫਿਰ ਕੀਰਤਨ ਕਰਨਾ, ਕਥਾ ਕਰਨੀ, ਉਹਨਾਂ ਦਾ ਸਿਰਫ ਵਿਖਾਵਾ, ਮਹਿਜ ਪਖੰਡ ਰਹਿ ਜਾਣਾ। ਉਹਦੇ ਵਿੱਚ ਉਹਨਾਂ ਨੂੰ ਪਿਆਰਾ ਜਿਹੜਾ ਉਹਨਾਂ ਦੀ ਰਸਨਾ ਤੋਂ ਪ੍ਰਗਟ ਹੋਣ ਡਿਆ ਇਹ ਸ਼ਬਦ ਰੂਪ, ਜਿਹੜਾ ਸ਼ਬਦ ਗੁਰੂ ਹੈ, ਜਿਹਨੂੰ ਅਸੀਂ ਨਮਸਕਾਰ ਕਰਦੇ ਹਾਂ ਸਾਰੇ, ਉਹਨਾਂ ਨੂੰ ਦਿਖਣਾ ਹੀ ਨਹੀਂ। ਅਤੇ ਤੁਸੀਂ ਸੋਚੋ ਨਾ, ਪਿਆਰਾ ਹੀ ਨਾ ਦਿਖਾਈ ਦਿੱਤਾ ਤੇ ਮਤਲਬ ਕੀ ਬਚਿਆ? ਸਮਝ ਆਉਂਦੀ ਬਾਤ? ਇਹ ਕਰਕੇ ਪੁੱਤ ਜਦੋਂ ਵੀ ਕੀਰਤਨ ਕਰਨਾ ਹੈ, ਫੀਲ ਕਰਕੇ ਕਰਨਾ ਹੈ। ਇਹ ਕਰਕੇ ਤੁਹਾਨੂੰ ਜਿਹੜਾ ਸਾਸ ਕਰਾਸ ਦਾ ਅਭਿਆਸ ਦਿੱਤਾ ਹੈ ਕਿ ਅੰਦਰ ਰਹਿਣਾ ਹੈ। ਜਦੋਂ ਤੁਸੀਂ ਇੱਥੇ ਅੰਦਰ ਰਹੋਗੇ ਫੇਰ ਹੀ ਮਾਣ ਸਕਦੇ ਹੋ। ਬਾਹਰ ਤੇ ਸਿਰਫ ਸੇਵਾ ਤੱਕ ਆਈਦਾ, ਬਾਹਰ ਦੂਜੇ ਦੀ ਸੇਵਾ ਤੱਕ ਆਈਦਾ। ਇਹਦੇ ਨਾਲ ਲਾਡ ਕਰਨਾ ਹੈ, ਇਹਨੂੰ ਪ੍ਰੇਮ ਨਾਲ ਝਿੜਕਣਾ ਹੈ, ਇਹਦੇ ਕੋਈ ਔਗਣ ਹੈ, ਇਹਦਾ ਔਗਣ ਸੁਧਾਰਨ ਵਾਸਤੇ ਇਹਨੂੰ ਝਿੜਕ ਮਾਰਨੀ ਹੈ, ਇਹਨੂੰ ਗਲ ਵੱਕੜੀ ਪਾਉਣੀ ਹੈ, ਇਹਦੇ 'ਚ ਪਿਆਰੇ ਦੇ ਦਰਸ਼ਨ ਕਰਨੇ ਨੇ। ਸਿਰਫ ਕੁਝ ਇੰਦਰੀਆਂ ਨੂੰ ਬਾਹਰ ਸਿਰਫ ਵੇਖਣ ਲਈ, ਬਸ ਦਰਸ਼ਨਾਂ ਲਈ, ਬਾਹਰ ਦਰਸ਼ਨ ਲਈ ਤੇ ਸੇਵਾ ਲਈ, ਨਹੀਂ ਤਾਂ ਇੱਥੇ ਰਹੀਦਾ ਅੰਦਰ। ਅਭਿਆਸ ਕਰੋਗੇ ਨਾ ਹੁਣ, ਇਹ ਜਿਹੜੀ ਨਾਲ ਕੱਲ੍ਹ ਵਾਲੇ ਅਭਿਆਸ ਦੇ ਨਾਲ ਦੀ ਇੱਕ ਬਾਤ ਸੀ ਜਿਹਦੇ 'ਤੇ ਅਸੀਂ ਜ਼ਿਆਦਾ ਜੀਨੇ, ਅਤੇ ਆਪਣੇ ਜੀਵਨ ਨੂੰ ਕਦੀ ਧਿਆਨ ਨਾ ਵੇਖਿਓ। ਅਸੀਂ ਵੇਲੋ ਰੋਜ਼ ਉਹੀ ਕੁੜਤੀ ਪਾ ਲੈਂਦੇ, ਹਾਲਾਂਕਿ ਤੁਸੀਂ ਰੋਜ਼ ਹੀ ਵੇਖਦੇ ਅਸੀਂ ਉਹੀ ਰੰਗ ਪਾਇਆ ਹੁੰਦਾ, ਕਿਉਂਕਿ ਸਾਨੂੰ ਇਹਦੇ 'ਚ ਹੀ ਆਨੰਦ ਹੈ। ਸਾਨੂੰ ਇੱਕ ਵਾਰ ਇੱਕ ਗੋਰੀ ਮਾਤਾ ਹੀ ਕਹਿ ਲਓ, ਵਾਹਵਾ ਅੱਧ ਪਚਾ ਦੇਸ਼ ਦੀ ਹੀ, ਅਸੀਂ ਡੈਨਵਰ ਹਾਂ ਅਤੇ ਹੌਸਪੀਟਲ ਬਜ਼ੁਰਗਾਂ ਦਾ ਪਤਾ ਲੈਣ ਗਏ ਕਿ ਜਿਵੇਂ ਇੱਥੇ ਸਿਸਟਮ ਹੈ ਕਿ ਉਹ ਮਾਤਾ ਇਕੱਲੀ ਵਿਚਾਰੀ ਆਪਣੇ ਬੈਗ ਚੁੱਕਣ ਲਈ, ਨਾਲ ਉਹ ਥੋੜ੍ਹਾ ਜਿਹਾ ਉਹਦੀ ਰੀੜ੍ਹ ਦੀ ਹੱਡੀ ਦਾ ਕੋਈ ਆਪਰੇਟ ਵੀ ਹੋਇਆ ਸੀ, ਵੋਕਰ ਨਾਲ ਤੁਰਦੀ ਸੀ, ਅਤੇ ਉਹ ਤੁਰਿਆ ਬਣਾ ਉਹਦੇ ਕੋਲ ਜਾਵੇ, ਹੈ ਨਾ। ਅਤੇ ਅਸੀਂ ਜਾ ਕੇ ਅਤੇ ਅਸੀਂ ਕਿਹਾ ਵੀ ਲਿਆ ਮਾਂ, ਅਸੀਂ ਤੇਰਾ ਕਰਦੇ ਹਾਂ, ਲਿਆ ਚੁੱਕ ਲੈਂਦੇ ਬੈਗ, ਅਸੀਂ ਅੰਦਰ ਹੀ ਜਾਣਾ। ਅਤੇ ਜਿਵੇਂ ਉਹ ਫੋਰਮਲ ਜਿਹਾ ਪਹਿਲਾਂ ਫੋਰਮੈਲਿਟੀ ਜੀ ਕਰਦੇ, ਨਹੀਂ ਨਹੀਂ ਕਹਿੰਦੀ ਕੋਈ ਗੱਲ ਨਹੀਂ ਮੈਂ ਕਰ ਲੂੰਗੀ, ਓਕੇ ਥੈਂਕ ਯੂ ਬਸ। ਅਤੇ ਅਸੀਂ ਇਹਨੂੰ ਕਿਹਾ ਵੀ ਤੂੰ ਵੀ ਜੇ ਸਾਨੂੰ ਆਪਣਾ ਪੁੱਤ ਹੀ ਮੰਨੇ, ਹੈ ਨਾ, ਜੇ ਤੇਰੇ ਪੁੱਤ ਹੁੰਦੇ ਫਿਰ ਵੀ ਤੂੰ ਇਹੋ ਕਹਿੰਦੀ, ਤੂੰ ਪੁੱਤ ਸਮਝ ਲਾ, ਅਤੇ ਅਸੀਂ ਲਿਆ ਚੁੱਕ ਲੈਂਦੇ, ਹੈ ਨਾ। ਅਸੀਂ ਉਹਦਾ ਬੈਗ ਚੁੱਕ ਲਿਆ ਅਤੇ ਸਾਡੇ ਨਾਲ ਨਾਲ ਤੁਰੀ ਜਾਂਦੀ, ਹੌਲੀ ਹੌਲੀ ਨਾਲ ਨਾਲ ਗੱਲਾਂ ਕਰਦੀ ਕਿ ਵੀ ਤੁਸੀਂ ਕਿਹੜਾ ਧਰਮ ਹੈ, ਕਿੱਦਾਂ ਹੈ। ਫਿਰ ਸਾਨੂੰ ਪੁੱਛਿਆ ਕਿ ਆਹ ਜਿਹੜਾ ਤੂੰ ਕਲਰ ਪਾਇਆ ਆ, ਇਹਦਾ ਕੋਈ ਮੀਨਿੰਗ ਹੈ? ਵੀ ਇਹ ਜਿਹੜਾ ਤੂੰ ਬਲਿਊ ਕਲਰ ਪਾਇਆ, ਇਹਦਾ ਕੋਈ ਮੀਨਿੰਗ ਹੈ? ਅਤੇ ਅਸੀਂ ਉਹਨਾਂ ਹੱਸ ਰਹੇ ਹਾਂ ਕਿ ਹਾਂ ਮਾਂ ਹੈਗਾ। ਇਹਦਾ ਮੀਨਿੰਗ ਇਹ ਨੇਹ ਕਲੰਕ ਦਾ, ਕੋਈ ਕਲੰਕ ਨਹੀਂ, ਪਾਕ ਪਵਿੱਤਰਤਾ ਦਾ, ਖਾਲਸ। ਅਤੇ ਅਸੀਂ ਇਹਦੇ ਵਰਗੇ ਇੱਕ ਦਿਨ ਹੋਣਾ ਚਾਹੁੰਦੇ ਹਾਂ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਇੱਕ ਦਿਨ ਤੂੰ ਖਾਲਸਾ ਬਣਨਾ ਹੈ, ਬਸ ਇਹ ਸਾਡੀ ਯਾਦ ਦਿਵਾਉਂਦਾ, ਬਸ ਇਹ ਸਾਡੇ ਵਾਸਤੇ ਬਹੁਤ ਕੀਮਤੀ ਹੈ। ਅਤੇ ਸਾਨੂੰ ਯਾਦ ਹੈ ਉਹ ਬਜ਼ੁਰਗ ਮਾਂ ਜਿਹੜੀ ਗੋਰੀ ਸੀ ਨਾ ਅਮੈਰੀਕਨ, ਉਹ ਉੱਥੇ ਖਲੋ ਗਈ ਅਤੇ ਲੰਬਾ ਸਾਹ ਲੈ ਕੇ ਕਹਿੰਦੀ ਕਿ ਇਹ ਤਾਂ ਫਿਰ ਸਾਰੀ ਦੁਨੀਆ ਨੂੰ ਲੋੜ ਹੈ ਪਾਉਣ ਦੀ, ਅਤੇ ਸਾਰੀ ਦੁਨੀਆ ਨੂੰ ਪਾ ਲੈਣਾ ਚਾਹੀਦਾ ਜੇ ਇਹਦਾ ਇਹ ਮਤਲਬ ਹੈ। ਪਰ ਉਹ ਪੁੱਤ ਉਦੋਂ ਹੀ ਹੋਣਾ ਜਿੱਦਣ ਤੁਸੀਂ ਰਿਸਪੌਂਡ 'ਤੇ ਨਹੀਂ ਜੀਏ ਲੋਕਾਂ ਤੋਂ, ਕਿਉਂਕਿ ਸਾਡੀ ਮੱਤ ਜਿਹੜੀ ਹੈ ਉਹ ਚਾਹੁੰਦੀ ਲੋਕਾਂ ਨੂੰ ਭਤੀਜਣਾ, ਲੋਕਾਂ ਨੂੰ ਭਰਮਾਉਣਾ। ਸਤਿਗੁਰੂ ਬਾਰ-ਬਾਰ ਕਹਿੰਦੇ ਨੇ ਕਿ ਲੋਕਾਂ ਨੂੰ ਭਤੀਜਣ ਨਾਲ ਕੁਝ ਨਹੀਂ ਹੋਣਾ, ਬਸ ਜੀਣਾ ਹੈ, ਪੂਰੀ ਰੀਝ ਨਾਲ ਮਾਣ ਕੇ ਜੀਏ ਅਤੇ ਰੀਝ ਨਾਲ ਸੇਵਾ ਕਰਿਓ। ਠੀਕ ਹੈ, ਰਿਸਪੌਂਡ ਦੀ ਗੱਲ ਸਮਝ ਆ ਗਈ ਨਾ। ਦੋ ਧਾਰਾ ਨੇ ਜੀਵਨ ਦੀਆਂ। ਕੁਝ ਲੋਕ ਸਿਰਫ ਰਿਸਪੌਂਡ 'ਤੇ ਜੀਂਦੇ ਨੇ। ਜਦੋਂ ਪੁੱਤ ਤੁਸੀਂ ਕੀਰਤਨ ਕਰਦੇ ਆ ਉਦੋਂ ਇਹ ਮਨ 'ਚ ਆਉਂਦਾ ਨਾ ਕਈ ਵਾਰਾਂ ਕਿ ਚੰਗਾ ਲੱਗਣ ਡਿਆ ਕਿ ਨਹੀਂ ਚੰਗਾ ਲੱਗਣ ਡਿਆ, ਉਹ ਰਿਸਪੌਂਡ ਹੀ ਹੈ ਪੁੱਤ, ਉੱਥੇ ਨਹੀਂ ਜੀਣਾ, ਬਸ ਗਾਉਣਾ ਹੈ। ਅਤੇ ਜਿੱਦਣ ਵੇਖਿਆ, ਜਿੱਦਣ ਤੁਸੀਂ ਆਪ ਗਾਉਣੇ ਆ ਅਤੇ ਸ਼ਬਦ ਆ ਜੇ ਸਤਿਗੁਰੂ ਦਾ ਕਿ ਸਾਜਨ ਹੈ,
मेरा शब्द आ जे, है ना, तो रूह नाल कोई संबंध जिहा बनदा हुंदा है ना, कुछ खिड़दा है अंदरों, कुछ अपना जिहा वो लगदा है ना। हुण किन्ने किन्ने सोहणे तुसीं शब्द गाउने आ, पर जदों तुहाडा सुनाउण ते ध्यान हुंदा कि दूजे की रिस्पॉन्ड करदे ने, उदों तुहानूं ਉਹ ਜਿਹੜੇ शब्द ने वो रंगमई नहीं लगदे, उन्हां चों रस नहीं माण पाउंदे। ते जिस दिन सिर्फ गाउने आ प्रेम नाल, है ना, जिस दिन ਉਹਨੂੰ माणदे आ, ते उस दिन जिद्दन शब्द आउंदा है कि मेरा पिता है, तू मेरा भारो ठाकुर है, है ना, जदों इदां सतगुरु गाउंदे ने ते बस फिर ते वो मतलब जान जी निकलदी है ना। ते पुੱਤ ਉਹ ਗਾਉਣਾ है ਜਿਹਦੇ ਨਾਲ रूह जुड़ जाए, उदां दा ही जीवन जीना है सारिਆਂ ने। ठीक है, ध्यान रखोगे ना। तो सवास ग्रास का अभ्यास करते रहो। जे कोई घटना घटेगी तो सानू दस्यो, जे घटेगी तो ठीक है। चलो फिर भुल्लां चुक्कां दी खीमा। वाहिगुरू जी का खालसा, वाहिगुरू जी की फतेह। वाहे गुरु जी।